जिस समर्थ ने फिर गुरता गद्दी के लायक भी नारियल मंगाया 5 पैसे 3 कर्मा कीतियां गईयां। धन बाबा बुढ़ा साहब जी हाथ जोड़ के खड़ गए। महाराज एक ही कौतुक है, एक ही कौतुक है भी तुसी अपने सुपुत्र नूं गुरु बनाउण लगे हो। ਇਹ ਤੇ ਕਿਰਿਆ ਉਦੋਂ ਹੁੰਦੀ ਸੀ ਜਦੋਂ ਸਰੀਰ ਤਿਆਗ ਦਿੱਤਾ ਜਾਂਦਾ ਸੀ। ਪ੍ਰਕਰਮਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਉਠੋ ਤੁਸੀਂ ਮਰਿਆਦਾ ਨਿਭਾਓ, ਜਿਹੜਾ ਨਿਭਾਉਂਦੇ ਹੋ ਬਿਤਲ ਕਲਾਉਂਦੇ ਆਏ ਹੋ। ਉਦੋਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਮਹਾਰਾਜ ਇਹ ਤੇ ਜਦੋਂ ਸਰੀਰ ਅਲੋਪ ਹੁੰਦਾ ਹੈ, ਕਾਇਆ ਅਲੋਪ ਹੁੰਦੀ ਉਦੋਂ ਦੀ ਮਰਿਆਦਾ ਹੈ। आओ अगे सरवण करते आसीस प्रदान करो, फतेह बुलाओ, कुछ कहन की समर्था बख्शियो। धन गुरु ग्रंथ साहिब महाराज माता जी कृपा करना। आप जिन्नी असीसा प्रदान करनिया समूह संगत दे पावन चरना ते शीश रख के फतेह अर्ज करदा हाँ प्रवान करियो। आखो जी वाहिगुरु जी का खालसा वाहिगुरु जी की फतेह। सतनाम श्री वाहिगुरु। धन रावर को पर उपकारी। धन बाबा बुढ़ा साहब जी महापुरख ते कहन लगे महाराज एक ही एक ऐसा कौतुक है भी हुणे गुरता गद्दी दी तिलक रस्म अदा करिए। फिर है दो पिता गुरदेव जी हुणे ते भाई गुरदास ते बाबा बुढ़ा साहब। बस वक्त भी रात का है। हजूर कहन लगे जी एक ही कौतुक है महाराज आप जी दा तन रावर को पर उपकारी पराए ते उपकार करन लई। शब्द तुसी पढ़दे हो जन्म मरण दूह मैं नाही जन परोपकारी आए। जिथे मेरा गुरु 10 गुरु परोपकारी आए उनदे नाल रत्तियां होईयां रूहां भी परोपकार ले आउंदियां। महाराज तुहाडा तन परोपकार वास्ते है जी। जंबू दीप दीप अनहारी। महाराज जंबू दीप भारत वंश नूं कहिंदे ने साहब जीओ। ਇਹ ਸਾਰਾ ਹੀ ਭਾਰਤ ਵਰਸ਼ ਜਿਹੜਾ ਹੈ ਤੁਹਾਡੇ ਅਨਹਾਰੀ ਤੁਹਾਡੇ ਅਨੁਸਾਰੀ ਹੈ, ਤੁਹਾਡੇ ਕਰਕੇ ਤੇ ਬਚਿਆ ਹੈ। ਜਹ ਕਹਿ ਕਰਿਓ ਪ੍ਰਕਾਸ਼ ਵਿਸਾਲਾ। ਤੇ ਆਪ ਜੀ ਨੇ ਕਿਰਪਾ ਕੀਤੀ ਪਹਿਲੇ ਸਰੂਪ ਤੋਂ ਲੈ ਕੇ ਹੁਣ ਤੱਕ ਗੁਰੂ ਨਾਨਕ ਸਾਹਿਬ ਦੀ ਸਿੱਖੀ ਜਿਹੜੀ ਹੈ ਤੁਸੀਂ ਪ੍ਰਕਾਸ਼ ਕੀਤੀ ਹੈ। ਮਗ ਸ਼ੁਭ ਗਮਨਿਓ ਜਗਤ ਸੁਖਾਲਾ। ਤੇ ਇਸ ਜਗਤ ਨੂੰ ਪੁੱਠਿਆਂ ਮਾਰਗਾਂ ਤੋਂ ਬੜੀਆਂ ਗੁੰਝਲਾਂ ਚੋਂ ਕੱਢ ਕੇ ਸਿੱਧਾ ਹੀ ਮਾਰਗ ਦਿੱਤਾ। ਪਿਆਰ ਵਾਲਿਆ ਉਠਤ ਬੈਠਤ ਸੋਵਤ ਤੇ ਆਈਆ ਮਾਰਗ ਚਲਤ ਹਰੇ ਹਰ ਗਾਈਆ। ਬੜਾ ਹੀ ਸੌਖਾ ਮਾਰਗ ਬੜਾ ਹੀ ਸੁਖਾਲਾ ਮਾਰਗ ਦਿੱਤਾ। ਆਪ ਜੀ ਨੇ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ ਹੋਣੀ। ਚਲੋ ਮੈਂ ਮਹਾਰਾਜ ਨੇ ਕਿਰਪਾ ਕੀਤੀ ਹੁਣ ਵੀ ਗਿਆ ਰਿਹਾ। ਤੇ ਮੈਂ ਪਹਿਲੀ ਵਾਰ ਗਿਆ ਭਗਤ ਨਾਮਦੇਵ ਜੀ ਨੇ ਜਿਹੜਾ ਉਹ ਮੰਦਰ ਘੁਮਾਇਆ ਹੋਣਾ ਤੁਸਾਂ ਨੇ ਦਰਸ਼ਨ ਕੀਤੇ ਹੋਣਗੇ। ਸਮਾਂ ਮਿਲੇ ਤੇ ਤੁਸੀਂ ਜਾਇਓ। ਹੈ ਪਰ ਕੁਝ ਨਹੀਂ ਉੱਥੇ। ਉਹ 11 ਮੰਦਰਾਂ ਚ ਸ਼ਾਇਦ ਸ਼ਿਵ ਜੀ ਭਗਵਾਨ ਜੀ ਦੇ 11 ਮੰਦਰ ਨੇ। ਉਹ ਸ਼ਾਇਦ 7ਵਾਂ ਕਿ 8ਵਾਂ ਮੰਦਰ ਹੈ। ਘੁੰਮਿਆ ਤੁਹਾਨੂੰ ਦਿਸ ਪਏਗਾ। ਜਿੱਥੇ ਭਗਤ ਨਾਮਦੇਵ ਜੀ ਬੈਠੇ ਰਹੇ ਤੇ ਨਿੱਕਾ ਜਿਹਾ ਕਮਰਾ, ਨਾ ਕੋਈ ਝਾੜੂ ਦੇਵੇ ਨਾ ਪੋਚਾ ਦੇਵੇ। ਨਿੱਕੀ ਜਿਹੀ ਭਗਤ ਨਾਮਦੇਵ ਮਹਾਂਪੁਰਖਾਂ ਦੀ ਤਸਵੀਰ ਲਾਈ ਬਣਾਈ ਹੋਈ ਉਹਨਾਂ ਨੇ। ਉਹ ਚਲੋ ਜਿੱਥੇ ਭਗਤ ਜੀ ਮਹਾਂਪੁਰਖਾਂ ਦਾ ਅਵਤਾਰ ਹੋਇਆ ਨਰਸਰੀ 'ਚ ਉੱਥੇ ਅਸਥਾਨ ਸੋਹਣਾ ਬਣਾਇਆ ਵੱਡਾ ਵੀ ਹੁਣ ਘਰ ਵੀ। ਉਹ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਮੰਦਰ 'ਚ ਵੜਿਆ ਸਾਂ। ਪਹਿਲੀ ਵਾਰ ਮੈਨੂੰ ਪਤਾ ਨਹੀਂ ਸੀ। ਮੈਂ ਵੀ ਚਲੋ ਆਏ ਆ ਤੇ ਹੁਣ ਵੇਖ ਹੀ ਲਈਏ ਵੀ ਕੀ ਹੈ। ਚਲੋ ਜਾਂਦਿਆਂ ਤੇ ਪਹਿਲਾਂ ਜਦੋਂ ਅਸੀਂ ਗਏ ਤੇ ਉਹ 5 ਕੁ ਜਣੇ ਅੱਗੇ ਖੜ ਗਏ। ਉਹ ਕਹਿੰਦੇ ਜੀ ਟਿੱਕਾ ਲਾਉਣਾ। ਮੈਂ ਪੈ ਗਿਆ। ਮੈਂ ਕਿਹਾ ਕਿਹੜਾ ਟਿੱਕਾ ਹੋਏ? ਜੋ ਟਿੱਕਾ ਲਾਉਂਦੇ ਨੇ ਨਾਲ ਹੀ ਪੈਸੇ ਦਿਓ ਪੈਸੇ। ਮੈਂ ਲਾਈਨ 'ਚ ਲੱਗ ਗਿਆ ਮੰਦਰ 'ਚ। ਨਿੰਦਿਆ ਨਾ ਸਮਝਿਓ। ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਹਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ
ਵੀ ਮਹਾਰਾਜ ਨੇ ਸਾਨੂੰ ਬੜਾ ਵਧੀਆ ਸੁਖਾਲਾ ਮਾਰਗ ਦਿੱਤਾ। ਨਿੰਦਿਆ ਨਹੀਂ ਮੈਂ ਕਰ ਰਿਹਾ, ਉਹਨਾਂ ਨੂੰ ਮੁਬਾਰਕ ਹੋਵੇ, ਉਹ ਟਿੱਕੇ ਲਾਉਂਦੇ ਨੇ, ਠੀਕ ਹੈ। ਵੀ ਸਾਨੂੰ ਸਤਿਗੁਰੂ ਨੇ ਬਚਾਇਆ। 5 ਜਣੇ ਪਿੱਛੇ ਕੀਤੇ। ਸੋ ਭਗਤ ਨਾਮ ਜੀ ਦੇ ਸਥਾਨ ਤੇ 5 ਮਿੰਟ 10 ਮਿੰਟ ਦਾਸ ਬੈਠਿਆ। ਜੋ ਰੱਬ ਰੱਬ ਕਰਨਾ ਸੀ ਫਿਰ ਕਰਕੇ ਅਰਦਾਸ ਕੀਤੀ। ਮਹਾਂਪੁਰਖਾਂ ਦੇ ਛੋਟੀ ਜਿਹੀ ਪੱਥਰ ਦੀ ਤਸਵੀਰ ਬਣੀ ਹੋਈ ਹੈ। ਆਪਣਾ ਤਾਂ ਪਿਆਰ ਮਹਾਂਪੁਰਖਾਂ ਨਾਲ ਹੈ ਨਾ। ਜੋ ਲਾਈਨ 'ਚ ਲੱਗਿਆ, ਬੜੀ ਪੀੜਾ ਤੇ ਗਰਮੀ ਵੀ ਸੀਗੀ। ਮੰਦਿਰ ਬੜਾ ਪੁਰਾਣਾ ਹੈ, ਘੁੰਮਿਆ ਹੋਇਆ। ਬਸ ਉੱਥੇ ਇੱਕ ਹੀ ਕੰਮ ਚੱਲਦਾ ਮੈਂ ਵੇਖਿਆ ਵੀ ਤੁਸੀਂ ਕੁਝ ਨਹੀਂ ਕਰਨਾ। ਟਿੱਕਾ ਲਾਓ, ਪ੍ਰਸ਼ਾਦ ਦਿਓ, ਪੈਸੇ ਲਿਆਓ। ਮੂੰਹੋਂ ਮੰਗਣਗੇ, ਲਿਆਓ ਪੈਸੇ। ਟਿੱਕਾ ਲਾ ਲਾ, ਲਿਆਓ ਪੈਸੇ। ਦਿੱਤਾ ਪ੍ਰਸ਼ਾਦ, ਦਿਓ ਪੈਸੇ। ਉੱਥੇ ਆਪਾਂ ਨੂੰ ਕੁਝ ਨਹੀਂ ਕਰਨਾ ਪੈਣਾ। ਬਸ ਉਹਨਾਂ ਨੇ ਸਭ ਕੁਝ ਕੀਤੀ ਜਾਣਾ, ਮੰਤਰ ਪੜ੍ਹੀ ਜਾਣੇ ਨੇ, ਦੀਵੇ ਘੁਮਾਈ ਜਾਣੇ ਨੇ, ਤੁਸੀਂ ਪੈਸੇ ਦਿੱਤੀ ਜਾਣੇ ਨੇ। ਤੁਹਾਡਾ ਕਲਿਆਣ ਹੈ। ਮੈਂ ਲਾਈਨ 'ਚ ਲੱਗਿਆ, 2 ਬੈਠੇ ਸੀ ਆਮੋ ਸਾਹਮਣੇ, ਜਿਵੇਂ ਇਸ ਤਰ੍ਹਾਂ ਮੈਨੂੰ ਪ੍ਰਸ਼ਾਦ ਦੇ ਕੇ ਕਹਿੰਦੇ ਲਿਆਓ ਪੈਸੇ ਭਗਵਾਨ ਕੇ ਲਈ। ਮੈਂ ਭਗਵਾਨ ਪੈਸੇ ਨਹੀਂ ਮੰਗਦਾ। ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਕਿੱਡਾ ਸਿੱਧਾ ਸਾਦਾ ਸੁਖਾਲਾ ਮਾਰ ਕੇ ਪਿਆਰਿਆ। ਕਿਰਤ ਵਿਰਤ ਰੱਜ ਕੇ ਕਰ, ਸ਼ਾਮ ਸਵੇਰੇ ਕਰ, ਬਸ ਮੁੱਖੋਂ ਬਾਣੀ ਪੜੀ ਜਾ। ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਕੋਈ ਦੂਜਾ ਨਹੀਂ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਸਤਿਗੁਰੂ ਨੇ ਸਾਨੂੰ ਸਾਰਾ ਕੁਝ ਹੀ ਆਪ ਹੀ ਝੋਲੀ ਪਾਇਆ। ਲੈ ਬਾਣੀ ਵੀ ਆਪ ਪੜੀ ਜਾ, ਸਹਿਜ ਪਾਠ ਵੀ ਕੀਤੀ ਜਾ। ਤੈਨੂੰ ਜੋ ਕੁਝ ਵੀ ਚਾਹੀਦਾ, ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ। ਆਪਣੇ ਆਪ ਜਿੰਨਾ ਕੁਝ। ਜਦੋਂ ਤੁਸੀਂ ਇੱਧਰ ਵੇਖੋਗੇ, ਮੈਂ ਪਹਿਲੀ ਵਾਰ ਵੇਖਿਆ, ਆਹ ਇਹ ਸਤਿਗੁਰੂ ਦਾ ਸੁਖਾਲਾ ਮਾਰਗ ਹੈ, ਬੜਾ ਹੀ ਸੁਖਾਲਾ ਮਾਰਗ। ਮੈਂ ਤੇ ਹੈਰਾਨ ਹੋਣਾ। ਗੁਰੂ ਸਾਹਿਬ ਕਹਿੰਦੇ ਨਹੀਂ ਜਪਿਆ, ਬਹੁਤਾ ਜਪਿਆ ਜਾਂਦਾ, ਲੈ ਜੋੜਿਆਂ 'ਚ ਸਭ ਕੁਝ ਲੈ ਜਾ। ਹੈ ਕਰਾਮਾਤ ਕਿ ਨਹੀਂ ਬੜੀ ਵੱਡੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਵਿੱਚ ਤੇ ਇੰਨੀ ਬਖਸ਼ਿਸ਼ ਭਰੀ ਹੈ, ਜੋੜਿਆਂ 'ਚ ਵੀ ਇੰਨੀ ਭਰ ਦਿੱਤੀ ਵੀ ਜੋ ਚਾਹੀਦੇ ਲੈ ਜੋੜਿਆਂ 'ਚੋਂ ਲਈ ਜਾ ਤੂੰ। ਹੁਣ ਜੋੜੇ ਸਾਫ਼ ਕਰਨ ਲੱਗਿਆ ਵੀ ਕਿੰਨਾ ਕੋਈ ਕਰਨਾ ਪੈਂਦਾ, ਕਿਹੜੇ ਆਪਾਂ ਨੂੰ ਪੜ੍ਹਾਈ ਕਰਨੀ ਪੈਂਦੀ ਹੈ। ਪੜ੍ਹਾਈ ਕਰਨੀ ਪੈਂਦੀ ਨਾ, ਕੀਤੀ ਜਾ ਸਾਫ਼। ਮਹਾਰਾਜ ਕਹਿੰਦੇ ਲੈ ਜੋੜਿਆਂ 'ਚ ਸਭ ਕੁਝ ਪਿਆ। ਲੈਣ ਵਾਲਾ ਚਾਹੀਦਾ, ਜੇ ਨਹੀਂ ਲੈਣ ਵਾਲਾ ਤੇ ਪ੍ਰਿਥੀ ਚੰਦ ਵੀ ਗੁਰੂਆਂ ਦਾ ਪੁੱਤ ਵੀ ਹੈ, ਭਰਾ ਵੀ ਹੈ, ਦੋਤਰਾ ਵੀ ਹੈ। ਉਹ ਦੂਜਾ ਸਮਾਨ ਹੀ ਇਕੱਠਾ ਕਰਦਾ ਰਿਹਾ। ਬਿਰਤੀ ਦੀ ਡਿਪੈਂਡ ਹੈ। ਬੜਾ ਸੁਖਾਲਾ ਮਾਰਗ ਹੈ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ। ਕੁਝ ਨਹੀਂ ਕਰਨ ਦੀ ਲੋੜ, ਬਸ ਜਾਪ ਜਪੀ ਚੱਲੋ, ਹਜ਼ੂਰ ਦੇ ਦਰਸ਼ਨ ਕਰ ਲਓ, ਹਨਾ। ਖੇਡੋ ਮੱਲੋ ਨੂੰ, ਜ਼ਿੰਦਗੀ ਦੇ ਵਿੱਚ ਆਪਣੀ ਕਿਰਤ ਵਿਰਤ ਕਰੋ। ਮਹਾਰਾਜ ਜੀ ਬੜਾ ਪਰਉਪਕਾਰ ਕੀਤਾ ਹੈ। ਸਾਰੇ ਜੰਬੂ ਦੇਸ਼ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ। ਸੁਖਾਲਾ ਮਾਰਗ ਸਭਨਾਂ ਨੂੰ ਸਿੱਖੀ ਦਾ ਦਿੱਤਾ। ਨਾਮ ਸੇਵਾ ਸਿਮਰਨ ਵਾਲਾ ਦਰਸ਼ਨ ਕੀ ਸੰਗਤ ਹੈ ਪਿਆਸੀ। ਮਹਾਰਾਜ ਆਪ ਜੀ ਦੇ ਦਰਸ਼ਨਾਂ ਦੇ ਤੇ ਸੰਗਤ 24 ਘੰਟੇ ਪਿਆਸੀ ਰਹਿੰਦੀ। ਆਪ ਜੀ ਦੇ ਦਰਸ਼ਨ ਕਰਕੇ ਹੀ ਸੰਗਤ ਜੀਵਦੀ ਹੈ। ਦੂਰ ਦੂਰ ਤੇ ਆਏ ਹੁਲਾਸੀ। ਮਹਾਰਾਜ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਦੂਰ ਦੁਰਾਡੇ ਤੋਂ ਮਹਾਰਾਜ ਬੇਅੰਤ ਸੰਗਤਾਂ ਪਿਆਸਾ ਮਨ ਲੈ ਕੇ ਹਜ਼ੂਰ। ਜਿਵੇਂ ਆਪਾਂ ਪੜ੍ਹਨਾ ਦਰਸ਼ਨ ਪਿਆਸੀ ਦਿਨ ਰਾਤ ਚਿਤੋ ਅਣਦਿਨ ਨੀਤ। ਮਹਾਰਾਜ ਆਪ ਜੀ ਦੀ ਪਿਆਸ ਪਿਆਰਿਆਂ ਨੂੰ, ਸੰਗਤਾਂ ਨੂੰ ਰਾਤ ਪਰ ਦਿਨ ਦਰਸ਼ਨਾਂ ਦੀ ਲੱਗੀ ਰਹਿੰਦੀ ਹੈ। ਭਗਤਨ ਭੂਰ ਭਾਵਨਾ ਜਾਨ। ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀਆਂ ਪਿਆਸਾਂ ਸੰਗਤਾਂ ਆਉਂਦੀਆਂ ਨੇ ਤੇ ਜਿਹੜੇ ਭਗਤ ਨੇ ਉਹ ਤੇ ਪਪੀਹੇ ਵਾਂਗੂ ਬਾਈਬਲ ਹੋਏ ਹੋਏ ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ। ਪਰ ਆਪ ਭਾਵਨਾ ਜਾਣ ਕਰਕੇ ਆਪ ਸਰੀਰ ਧਰੋ ਜਗ ਆਨ। ਮਹਾਰਾਜ ਫਿਰ ਆਪਣੇ ਸੰਗਤਾਂ ਦੀ, ਆਪਣੇ ਪਿਆਰਿਆਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਇਸ ਧਰਤੀ ਤੇ ਸਰੂਪ ਧਾਰਦੇ ਹੋ। ਉਹ ਨਹੀਂ ਹੁੰਦੇ ਮਹਾਰਾਜ ਜੀ। ਤੁਸੀਂ ਪਰਉਪਕਾਰ ਲਈ, ਸੰਗਤਾਂ ਦੇ ਪਿਆਰਿਆਂ ਦੇ ਦਰਸ਼ਨ ਦੇ ਦਾਰਾਂ ਲਈ ਧਰਤੀ ਤੇ ਸਰੂਪ ਧਾਰਦੇ ਹੋ। ਔਚਕ ਅਚਰਜ ਕਹਾਂ ਜਨਾਬ ਹੋ। ਮਹਾਰਾਜ ਅਚਾਨਕ ਹੀ ਇਹ ਕੀ ਦੱਸ ਰਹੇ ਹੋ ਵੀ ਤਿਲਕ ਲਾਈਏ ਮਹਾਰਾਜ, ਇਹ ਕੀ ਵਾਰਤਾ ਹੈ। ਫਿਰੋ ਆਪ ਸ਼ੁਭ ਦਰਸ ਦਿਖਾਵ ਹੋ। ਮਹਾਰਾਜ ਸਰੀਰ ਬਿਲਕੁਲ ਸਹੀ, ਆਪ ਜੀ ਟਿਕੋ ਤੇ ਦਰਸ਼ ਦੇਹੋ। ਸਭ ਕੋ ਅਹੋ ਸਭ ਕੇ ਅਹੋ ਆਸਰਾ ਭਾਰੇ। ਮੇਰੇ ਮਾਲਕ ਗੁਰੂ ਅਰਜਨ ਸਾਹਿਬ ਜੀ
ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਬਾਬਾ ਬੁੱਢਾ ਜਿਹੜਾ 1 ਮਿੰਟ ਵੀ ਪਾਸੇ ਨਹੀਂ ਹੁੰਦਾ, ਜਿੰਨਾ ਲੱਗ ਗਿਆ ਉਹਨਾਂ ਦੁੱਖ ਜ਼ਿਆਦਾ ਹੈ ਤੇ ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ। ਪਰ ਬ੍ਰਹਮ ਗਿਆਨੀ ਨਾ, ਉਹਨਾਂ ਨੂੰ ਪਤਾ ਇਹ ਚੀਜ਼ ਦਾ, ਪਰਮੇਸ਼ਰ ਦੇ ਵਿੱਚ ਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਨਾ। ਤੇ ਮਹਾਰਾਜ ਸਾਹਿਬ ਜੀ ਸਭ ਕੇ ਉਹ ਆਸਰਾ ਪਾਰੇ। ਹੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਗਰੀਬ ਨਵਾਜ ਜੀ, ਆਪ ਸਭਨਾਂ ਦੇ ਭਾਰੀ ਬਹੁਤ ਵੱਡੇ ਆਸਰੇ ਹੋ। ਚੌਂ ਦਿਸ਼ ਦੁਸ਼ਟ ਦੁਸ਼ਟਤਾ ਧਾਰੇ। ਮਹਾਰਾਜ ਜੀ ਵੇਖੋ, ਤੁਸੀਂ ਸਰੀਰ ਛੱਡਣ ਦੀਆਂ ਗੱਲਾਂ ਕਰ ਰਹੇ ਹੋ, ਕਿੰਨੀ ਦੁਸ਼ਟਤਾਈ ਹੈ, ਕਿੰਨਾ ਜ਼ਾਲਮ ਤਕੜਾ ਤੇ ਕਿੰਨਾ ਜ਼ੁਲਮ ਮਹਾਨ ਹੋ ਰਿਹਾ ਹੈ। ਮਨੋ ਸਹਾਇਕ ਸੰਗਤ ਕੇਰੇ। ਮਹਾਰਾਜ ਇਹੋ ਜਿਹੀਆਂ ਤੱਤੀਆਂ ਹਵਾਵਾਂ ਵਿੱਚ ਔਖੇ ਰਸਤੇ ਤੇ ਔਖੇ ਸਮੇਂ 'ਚ ਆਪ ਜੀ ਆਪਣੇ ਪਿਆਰਿਆਂ ਦੀ ਸਹਾਇਤਾ ਕਰੋ ਮਹਾਰਾਜ ਜੀ, ਤੇ ਆਪ ਸਹਾਇਤਾ ਕਰਨ ਵਾਲੇ ਹੋ। ਸਰਬ ਪਰਿਵਾਰ ਤੁਮਹੋ ਦਿਸ਼ਹੇਰੇ। ਤੇ ਮਹਾਰਾਜ ਸਾਰਾ ਹੀ ਸਿੱਖੀ ਪਰਿਵਾਰ ਤੁਹਾਡੇ ਆਸਰੇ ਹੈ ਜੀ, ਤੁਹਾਡੇ ਹੁਣ ਤੱਕ ਤੱਕਦਾ ਹੈ। ਬਿਗੜਿਓ ਸ਼ਾਹੋ ਚੰਦ ਕੇ ਕਹੇ। ਮਹਾਰਾਜ ਜੀ ਉਹ ਵੈਦਿਆ ਕਹਿ ਗਿਆ ਸੀ ਵੀ ਸੱਚੇ ਪਾਤਸ਼ਾਹ ਜਿੰਨਾ ਕੁਝ ਹੋ ਰਿਹਾ ਚੰਦੂ ਹੀ ਕਰਾ ਰਿਹਾ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜੀ ਪਰਿਵਾਰ ਸਾਰਾ ਤੁਹਾਡੇ ਆਸਰੇ ਹੈ, ਸਿੱਖੀ ਪਰਿਵਾਰ। ਤੇ ਦੀਵਾਨ ਚੰਦੂ ਦੇ ਆਖੇ ਲੱਗ ਕੇ ਬਾਦਸ਼ਾਹ ਜਹਾਂਗੀਰ ਜਿਹੜਾ ਵਿਗੜ ਗਿਆ ਹੈ। ਸਭ ਵਿਦ ਕੇ ਤੁਮ ਜਾਣਤ ਅਹੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਰਾ ਕੁਝ ਆਪ ਜਾਣਦੇ ਹੋ। ਸੁਨ ਕਰ ਸ੍ਰੀ ਅਰਜਨ ਗੁਰ ਕਹਿਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੀਆਂ ਵਿਰਾਗ ਭਰੀਆਂ ਬੇਨਤੀਆਂ ਨੂੰ ਸੁਣ ਕੇ ਅੱਗੋਂ ਬਚਨ ਕਰਨ ਲੱਗੇ ਹਨ। ਅੰਤ ਸਮਾਂ ਹਮ ਆਪਨੋ ਲਹਿਓ। ਹਜ਼ੂਰ ਕਹਿਣ ਲੱਗੇ ਬਾਬਾ ਜੀ ਹੁਣ ਸਾਡਾ ਅੰਤ ਸਮਾਂ ਆ ਗਿਆ। ਜਿਹੜਾ ਤੁਸੀਂ ਬਚਨ ਕਰ ਰਹੇ ਹੋ ਨਾ ਵੀ ਰਾਜ ਗੱਦੀ ਦਾ ਤਿਲਕ ਉਦੋਂ ਦਿੱਤਾ ਜਾਂਦਾ ਜਦੋਂ ਕਾਇਆ ਆਲੋਪ ਹੁੰਦੀ ਹੈ। ਮੇਰੇ ਸਾਹਿਬ ਕਹਿਣ ਲੱਗੇ ਹਾਂ ਬਾਬਾ ਜੀ ਜਿਵੇਂ ਤੁਹਾਡੇ ਬਚਨ ਨੇ ਉਸ ਤਰ੍ਹਾਂ ਹੀ ਹੋਏ। ਇਹ ਕਾਇਆ ਆਲੋਪ ਕਰਨ ਦਾ ਸਮਾਂ ਆ ਗਿਆ, ਸਾਡਾ ਅੰਤ ਸਮਾਂ ਹੈ। ਤਿਆਗਨ ਮੈਂ ਕਾਰਨ ਹੈ ਘਨੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਰੀਰ ਨੂੰ ਤਿਆਗਣ ਦੇ ਬੜੇ ਘਣੇ ਜਿਹੜੇ ਇਹਨਾਂ ਵਿੱਚ ਕਾਰਨ ਬਣ ਗਏ ਹਨ। ਗਏ ਲਾਹੌਰ ਸਰਬ ਹੀ ਬਨੇ। ਤੇ ਲਾਹੌਰ ਜਾਣ ਤੋਂ ਇਹ ਸਾਰੇ ਕਾਜ ਜਿਹੜੇ ਬਣ ਜਾਣਗੇ। ਕਾਨੇ ਗਿਆਨੀ ਦੀਨੋ ਸਰਾਪ। ਕਹਿਣ ਲੱਗੇ ਇਹ ਵੀ ਸਾਧੂਆਂ ਨੇ ਜੋ ਬਚਨ ਕੀਤੇ ਸਨ ਵਿਥਾ ਨਾ ਹੋਏ ਵਿਚਾਰੋ ਆਪ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਬਿਰਦ ਹੈ। ਕਈ ਉਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਮੇਰੀ ਤੇ ਤੁਹਾਡੀ ਮੱਤ ਤੋਂ ਪਰੇ ਹੁੰਦੀਆਂ ਨੇ। ਇਤਿਹਾਸ ਵਿੱਚ ਵੀ ਜਦੋਂ ਫਿਰ ਮਹਾਂਪੁਰਖਾਂ ਦਾ ਸੰਗ ਕਰੀਦਾ ਹੈ ਨਾ, ਉਹ ਫਿਰ ਪਤਾ ਲੱਗਦਾ ਵੀ ਇਹ ਕੀ। ਮੈਂ ਨਾਰੀਅਲ ਬਾਰੇ ਤੁਹਾਨੂੰ ਖੁੱਲ੍ਹ ਕੇ ਨਹੀਂ ਦੱਸ ਸਕਦਾ, ਮਹਾਂਪੁਰਖ ਦੱਸ ਦੇਣਗੇ ਕਿਉਂ ਦਿੱਤਾ ਜਾਂਦਾ ਹੈ। ਕਿਉਂਕਿ ਮੇਰੀ ਕਿਹੜੀ ਅਵਸਥਾ ਹੈ। ਜੋਤ ਕਿਉਂ ਲੱਗਦੀ ਹੈ ਮੈਂ ਨਹੀਂ ਦੱਸ ਸਕਦਾ। ਪੜਾਕੂ ਕੋਈ ਨਹੀਂ ਦੱਸ ਸਕਦਾ, ਵਿਚਾਰਾ ਪੜ੍ਹਿਆ ਇਹ ਮਗਜੀ ਮਾਰੇ ਨੇ, ਹੋਰ ਕੀ ਪੱਲੇ ਕੱਖ ਨਹੀਂ। ਸਾਧੂ ਦੱਸ ਦੇਗਾ, ਮਹਾਂਪੁਰਖ ਦੱਸ ਦੇ ਹੈ। ਇਹਦੇ ਵਿੱਚ ਬਹੁਤ ਵੱਡਾ ਕਾਰਨ ਹੈ। ਸੋ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਣੇ ਗੁਣ ਨੇ, ਇੱਥੇ ਬਿਆਨ ਕੀਤੇ ਜਾ ਰਹੇ ਨੇ ਵੀ ਉਹਨਾਂ ਨੇ ਸਰਾਫ ਦਿੱਤਾ ਉਹਨਾਂ ਦੇ ਬਚਨ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਭਗਤੀ ਉਹਨਾਂ ਦੀ ਬੰਦਗੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨਾਂ ਨੂੰ ਵੀ ਉਹਨਾਂ ਨੇ ਭਗਤੀ ਕੀਤੀ ਹੈ ਤੇ ਹਜੂਰ ਉਹਨਾਂ ਦੇ ਬਚਨ ਇਸ ਕਰਕੇ ਰੱਖਣਾ ਚਾਹੁੰਦੇ ਹਨ। ਛਤਰਨ ਕਰਤੇ ਛੁੱਟਣ ਸਰੀਰ। ਉਹਨਾਂ ਨੇ ਕਿਤੇ ਬੋਲ ਕੀਤੇ ਸਨ ਵੀ ਤੁਹਾਡਾ ਸਰੀਰ ਦੁਸ਼ਮਣਾਂ ਦੇ ਘਰੇ ਛੁੱਟੇਗਾ। ਪਲਟੋ ਲੈ ਹਰ ਗੋਬਿੰਦ ਧੀਰ। ਬਾਬਾ ਜੀ ਉਹਨਾਂ ਦੇ ਬਚਨ ਸਨ ਭਗਤੀ ਵਾਲਿਆਂ ਦੇ। ਇਹ ਵਾਰਤਾ ਕੁਝ ਹੋਰ ਤਰੀਕੇ ਦੀ ਹੈ। ਭਾਈ ਲਖੂ ਇੱਕ ਆਮ ਜਿਹਾ ਸਾਧੂ ਜਿਹਨੂੰ ਭਾਈ ਧਾੜਵੀ ਵੀ ਕਹਿੰਦੇ ਸੀ, ਲਖੂ ਧਾੜਵੀ। ਤੇ ਤੁਸਾਂ ਨੇ ਸ਼ਾਇਦ ਘਟਨਾ ਸੁਣਾਇਓ ਤੁਸੀਂ ਮਹਾਰਾਜ ਸਾਹਿਬ ਦੀ, ਜਦੋਂ ਬੁੱਧੂ ਦਾ ਆਵਾ ਕੱਚਾ ਰੱਖਿਆ ਸੀ
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕੀਤੀ ਸੀ। ਭਾਈ ਬੁੱਧੂ ਦੇ ਜਦੋਂ ਆਵਾ ਲਾਉਣ ਲੱਗਾ, ਪਹਿਲਾਂ ਮਹਾਰਾਜ ਕੋਲ ਖੁਦ ਆਇਆ, ਅਰਦਾਸ ਕਰਾ ਕੇ ਗਿਆ। ਤੇ ਮਹਾਰਾਜ ਨੇ ਖੁਦ ਅਰਦਾਸ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿੱਚ ਖੜ ਕੇ ਵੀ ਮਹਾਰਾਜ ਭਾਈ ਕਰਨੀ ਤਾਂ ਆਪ ਅਕਾਲ ਪੁਰਖ ਨੇ। ਮਹਾਰਾਜ ਅਰਦਾਸ ਕੀਤੀ, ਨਾਲ ਤਰੀਕਾ ਵੀ ਦੱਸ ਦਿੱਤਾ ਵੀ ਕਿਤੇ ਰਹਿ ਮਾੜਾ ਮੋਟਾ ਕਿਤੇ ਰਹਿ ਜਾਵੇ ਤੇ ਉਹ ਵੀ ਕਰ ਲਈ, ਵੀ ਸੰਗਤ ਨੂੰ ਘਰੇ ਸੱਦ ਕੇ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਾ ਲਿਓ। ਇਸ ਤਰ੍ਹਾਂ ਹੀ ਹੋਇਆ, ਤੁਸੀਂ ਸੁਣਿਆ। ਮੈਂ ਹੈਰਾਨ ਹੋਣਾ ਗੁਰੂ ਅਰਜਨ ਸਾਹਿਬ ਜੀ ਤੋਂ, ਗੁਰੂ ਨਾਨਕ ਸਾਹਿਬ ਤੋਂ। ਮਹਾਰਾਜ ਆਪ ਅਰਦਾਸ ਕਰੋ, ਤੁਹਾਡੇ ਬਚਨਾਂ ਨਾਲ ਆਵਾ ਲੱਗੇ। ਸੰਗਤ ਤੋਂ ਵੱਡਾ ਤੇ ਕੋਈ ਸੰਤ ਨਹੀਂ ਨਾ ਹੋ ਸਕਦਾ। ਸੰਗਤ ਤੋਂ ਵੱਡਾ ਸੰਤ ਨਹੀਂ ਕਦੀ ਵੀ ਹੁੰਦਾ। ਇੱਥੋਂ ਤੱਕ ਜਦੋਂ ਮੈਂ ਆਪਣੇ ਵੱਡਿਆਂ ਤੋਂ ਗੱਲਾਂ ਸੁਣਦਾ ਤੇ ਉਹ ਕਹਿੰਦੇ ਨੇ ਵੀ 20 ਹਿੱਸੇ ਗੁਰੂ ਹੈ ਤੇ 21 ਹਿੱਸਾ ਸੰਗਤ ਹੈ, ਵੀ ਗੁਰੂ ਤੋਂ ਵੱਡੀ ਹੈ ਸੰਗਤ। ਹੁਣ ਗੁਰੂ ਵੀ ਅਰਦਾਸ ਕਰੇ ਤੇ ਸੰਗਤ ਵੀ ਅਰਦਾਸ ਕਰੇ। ਮੈਂ ਹੈਰਾਨ ਹੋਣਾ ਤੇ ਲਖੂ ਧਾੜ ਵੀ ਕੱਲਾ ਹੀ ਬਾਹਰ ਖੜਾ ਗੱਜੀ ਜਾਵੇ, ਨਹੀਂ ਜੀ ਇਹ ਤਾਂ ਕੱਚਾ ਹੀ ਨਿਕਲੋ, ਕੱਲਾ ਹੀ। ਤੇ ਮੈਨੂੰ ਝੁਕਣਾ ਪੈਂਦਾ, ਧੰਨ ਪਿਤਾ ਗੁਰਦੇਵ ਜੀ। ਸੰਗਤ ਵੀ ਪਿੱਛੇ ਕਰਤੀ, ਆਪਣੇ ਬਚਨ ਵੀ ਪਿੱਛੇ ਟਾਲ ਲੈ। ਕਿਹਨੂੰ ਮੁੱਖ ਰੱਖਿਆ? ਭਾਈ ਲਖੂ ਦੀ ਭਗਤੀ ਨੂੰ ਮੁੱਖ ਰੱਖਿਆ ਵੀ ਮੇਰੇ ਪੁੱਤ ਦੇ ਬਚਨ ਨੇ। ਇਹ ਸੱਚੀ ਗੱਲ ਹੈ, ਲਾਡਲਾ ਪਿਓ ਦੇ ਪੁੱਤ ਦੇ ਅੱਗੇ ਪਿਓ ਨੂੰ ਝੁਕਣਾ ਹੀ ਪੈਂਦਾ। ਭਗਤ ਲਾਡਲੇ ਪੁੱਤ ਹੁੰਦੇ ਨੇ ਨਾ ਮਹਾਰਾਜ ਜੀ ਦੇ। ਤੇ ਕਿੱਡੀ ਮਹਾਨ ਗੱਲ ਹੈ ਵੀ ਸੰਗਤ ਵੀ ਇੱਕ ਪਾਸੇ ਕਰਕੇ ਆਪਣੇ ਵੀ ਬਚਨ। ਰੋਇਆ ਹੀ ਜਾ ਕੇ ਭਾਈ ਬੁੱਧੂ ਵੀ ਮਹਾਰਾਜ, ਸ਼ੰਕਾ ਆਉਂਦਾ ਮੇਰੇ ਮਨ ਚ ਆਜੂ, ਉਹਦੇ ਵੀ ਆਇਆ ਵੀ ਮਹਾਰਾਜ ਇਹ ਕਿਹੋ ਜਿਹੀ ਗੱਲ ਹੋ ਗਈ? ਤੁਹਾਡੀ ਅਰਦਾਸ ਹੋਵੇ, ਸੰਗਤ ਦੀ ਅਰਦਾਸ ਹੋਵੇ ਤੇ ਇਸ ਤੋਂ ਵੱਡਾ ਤੇ ਕੁਝ ਹੈ ਹੀ ਨਹੀਂਗਾ। ਸੰਗਤ ਤੋਂ ਵੱਡਾ ਤੇ ਕੋਈ ਵੀ ਨਹੀਂ ਹੈਗਾ। ਤੇ ਆਵਾ ਫਿਰ ਕੱਚਾ, ਬੜਾ ਰੋਇਆ ਹੀ ਜਾ ਕੇ। ਮਹਾਰਾਜ ਕਹਿੰਦੇ ਵੀ ਕੋਈ ਨਹੀਂ, ਆਵਾ ਤੇ ਸੱਜਣਾ ਤੇਰਾ ਰਹੂ ਕੱਚਾ। ਇਹ ਤੂੰ ਗੱਲਾਂ ਦੇ ਛੱਡ, ਮੇਰੀ ਅਰਦਾਸ ਕਿੱਥੇ ਗਈ ਤੇ ਸੰਗਤ ਦੀ ਕਿੱਥੇ ਗਈ? ਇਹ ਗੁੱਝੇ ਭੇਦ ਮੇਰੇ ਤੇ ਮੇਰੇ ਪੁੱਤਾਂ 'ਚ ਹੀ ਰਹਿੰਦੇ। ਪਰ ਇਹ ਆ ਵੀ ਤੇਰੀਆਂ ਵਿਗਮ ਗੀਆਂ ਪੱਕਿਆਂ ਦੇ ਪਾ। ਸਮਰੱਥ ਨਹੀਂ ਅੱਗੋਂ ਕਿਹਾ ਵੀ ਨਹੀਂ ਵੀ ਕਿਹੜੀ ਗੱਲ ਹੈ। ਇਹ ਇੱਕ ਵੱਡੀ ਜਿਹੜੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਵਿੱਚ ਇਹ ਵੱਡੀ ਬਖਸ਼ਿਸ਼ ਹੈ। ਏਡੀ ਵੇਖ ਲਾ, ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਜੀ ਇਹ ਇਹੋ ਜਿਹੇ ਕਾਰਨ ਨੇ ਤੇ ਸਾਡਾ ਸਪੁੱਤਰ ਪਲਟਾ ਲਏ ਹਰ ਗੋਬਿੰਦ ਧੀਰ ਆ ਧੀਰਜ ਧਾਰੀ ਜੋਧਾ ਮੇਰਾ ਪੁੱਤਰ ਬਦਲੇ ਲਏਗਾ। ਸਭ ਸੰਗਤ ਕੋ ਗੁਰ ਇਹ ਭਾਰੀ, ਇਹ ਵੱਡਾ ਭਾਰੀ ਜੋਧਾ ਗੁਰੂ ਹੋਏਗਾ। ਹੋਏ ਸਹਾਇਕ ਪਰ ਉਪਕਾਰੀ, ਤੇ ਇਹ ਸੰਗਤਾਂ ਦਾ ਭਾਰੀ ਗੁਰੂ ਬਣ ਕੇ ਸਹਾਇਤਾ ਕਰੇਗਾ, ਪਰਉਪਕਾਰੀ ਹੋਣਗੇ। ਕਾਜ ਸੁਧਾਰਨਗੇ ਇਹ ਘਨੋ, ਤੇ ਬਹੁਤੇ ਕਾਜ ਸੁਧਾਰਨਗੇ। ਤਾਈਓ ਭਾਈ ਗੁਰਦਾਸ ਨੇ ਕਹਿਣਾ ਬਈ ਇਹ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸੋ। ਮਹਾਰਾਜ ਸਾਹਿਬ ਕਹਿੰਦੇ ਬਾਬਾ ਜੀ ਇਹ ਭਾਰੀ ਗੁਰੂ ਪਰਉਪਕਾਰੀ ਬਹੁਤੇ ਸਿੱਖਾਂ ਦੇ ਕਾਜ ਸਵਾਰਨਗੇ। ਧਰਿਓ ਸਰੀਰ ਵੀਰ ਰਸ ਮਨੋ, ਮਹਾਰਾਜ ਕਹਿਣ ਲੱਗੇ ਮੇਰੇ ਪੁੱਤਰ ਦਾ ਸਰੀਰ ਨਹੀਂਗਾ, ਇਹ ਵੀਰ ਰਸ ਨੇ। ਹੁਣ ਕ੍ਰੋਧ ਵਿੱਚ ਤੇ ਵੀਰ ਰਸ ਵਿੱਚ ਬੜਾ ਫਰਕ ਜੇ। ਕਰਾਮਾਤ ਵਿੱਚ ਤੇ ਬਖਸ਼ਿਸ਼ ਵਿੱਚ ਬੜਾ ਫਰਕ ਜੇ। ਹੁਣ ਵੀਰ ਰਸ ਇਹ ਆ ਤੇ ਕ੍ਰੋਧ ਦਾ ਫਰਕ ਇੰਨਾ। ਕ੍ਰੋਧ ਪਤਾ ਕਦੋਂ ਆਉਂਦਾ? ਜਦੋਂ ਸਾਨੂੰ ਕੋਈ ਚੁੰਡੀ ਮਾਰੇ, ਜਦੋਂ ਸਾਡੇ ਧੀ ਪੁੱਤ ਨੂੰ ਚਪੇੜ ਮਾਰੇ, ਜਦੋਂ ਸਾਨੂੰ ਘਾਟਾ ਪਵੇ, ਸਾਡੀ ਕੰਧ ਨਾਲ ਗਿੱਲ ਮਾਰ ਦੇ, ਕਿਤੇ ਸਾਡੀ ਜ਼ਮੀਨ ਦਾ ਚੱਪਾ ਵਾਹ ਲਵੇ ਤੇ ਉਦੋਂ ਮਰਨ ਨੂੰ ਤਿਆਰ ਹੁੰਦੇ ਆ। ਕਦੀ ਬਗਾਨੇ ਲਈ ਵੀ ਲੜੇ ਆ ਨਾ, ਬਗਾਨੇ ਲਈ ਲੜ ਲੈਣਾ ਇਹਨੂੰ ਵੀਰ ਰਸ ਕਹਿੰਦੇ ਨੇ। ਜਿੱਥੇ ਆਪਾਂ ਕੁਝ ਵੀ ਨਹੀਂ ਗਾ, ਨਾ ਰਿਸ਼ਤੇਦਾਰੀ, ਨਾ ਵਿੱਚੋਂ ਕੁਝ ਨਿਕਲਣਾ ਨਾ ਪਾਉਣਾ, ਸਿਰਫ ਕੱਲਾ ਪਰਉਪਕਾਰ ਨੂੰ ਕਹਿੰਦੇ ਨੇ ਵੀਰ ਰਸ। ਵੀ ਫਲਾਣੇ ਨਾਲ ਧੱਕਾ ਹੋ ਰਿਹਾ ਸੀ ਤੇ ਕੋਲ ਖੜੇ ਨੂੰ ਵੀਰ ਰਸ ਆ ਗਿਆ। ਆਪਣੇ ਨਾਲ ਧੱਕਾ ਹੁੰਦਾ ਆ ਤੇ ਨਿਆਣੇ ਵੀ ਕ੍ਰੋਧੀ ਹੋ ਜਾਂਦੇ ਨੇ। ਉਸ ਕ੍ਰੋਧ ਨੂੰ ਵੀਰ ਰਸ ਨਹੀਂ ਕਹਿੰਦੇ। ਉਹਦੇ ਵਿੱਚ ਮੈਂ ਮਮਤਾ ਹੈ, ਉਹ ਹੋਣਾ ਹੀ ਪਏਗਾ। ਆਪਣੇ ਲਈ ਹਰ ਕੋਈ ਲੜਦਾ ਤੇ ਮਰਦਾ, ਆਪਣੀਆਂ ਚੀਜ਼ਾਂ ਲਈ, ਆਪਣੇ ਘਰ ਲਈ, ਆਪਣੇ ਪਰਿਵਾਰ ਲਈ।
ਸਵਾਦ ਉਦੋਂ ਆਉਂਦਾ ਜਦੋਂ ਬਗਾਨੇ ਲਈ ਲੜੀਏ ਤੇ ਮਰੀਏ। ਬਗਾਨੇ ਲਈ ਲੜਨ ਤੇ ਮਰਨ ਵਾਲੇ ਨੂੰ ਸ਼ਹੀਦ ਕਹਿੰਦੇ ਨੇ, ਘਰ ਵਾਸਤੇ ਮਰ ਜਾਣੇ ਨੂੰ ਕੋਲਾ ਚੀਦ ਕਹਿੰਦੇ ਨੇ। ਨਾ 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 ਨਾ, ਵੀ ਟੱਬਰ ਪਾਲਦਾ ਮਰ ਜਾਏ। ਕਈ ਮਿਲਦੇ ਨੇ, ਬੜੀ ਮਿਹਨਤ ਕੀਤੀ ਜੀ, ਲੱਤਾਂ ਤੁਰਨੋਂ ਰਹਿ ਗਈਆਂ, ਲੈ ਕੀਤੀ ਜਾਂ ਤੇਰਾ ਕਿਹੜਾ ਕਿਸੇ ਨੇ ਨਾਂ ਲੈਣਾ ਹੈ? ਐ ਨਹੀਂ। ਹਾਂ, ਕਿਸੇ ਪਰਉਪਕਾਰ ਤੇ ਜਦੋਂ ਪਰਾਏ ਲਈ ਜਦੋਂ ਵੀ ਆਪਾਂ ਕੁਝ ਸਰੀਰ ਨੂੰ ਵਾਰਦੇ ਹਾਂ, ਇਹਨੂੰ ਵੀਰ ਰਸ ਆਖਦੇ ਨੇ। ਤੇ ਮੇਰੇ ਸਤਿਗੁਰੂ ਨੂੰ ਕ੍ਰੋਧੀ ਨਹੀਂ ਕਹਿਣਾ, ਵੀਰ ਰਸ। ਪਰਾਏ ਭਲੇ ਲਈ ਜਦੋਂ ਵੀ ਕਿਰਪਾਨ ਚੁੱਕੀ ਪਰਾਏ ਭਲੇ। ਹੁਣ ਕਰਾਮਾਤ ਤੇ ਆ ਜਾਓ। ਨਿੰਦਿਆ ਤੇ ਹੁੰਦੀ ਹੈ ਮਹਾਰਾਜ ਜੀ, ਕਿੱਥੇ ਕਰਾਮਾਤ ਦੱਸੇ? ਸਾਰੀ ਕਰਾਮਾਤ ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਇਹ ਪੰਜਾਬੀ ਚ ਕਹੀਏ, ਇਹ ਕਾਗਜ਼ ਹੀ ਨੇ ਨਾ ਜਿਹੜੇ ਆਪਾਂ ਖਰੀਦ ਕੇ ਲਿਆਉਨੇ ਆ। ਜਿਲਦ ਜਦੋਂ ਬਣਦੇ ਨੇ, ਜਦੋਂ ਛਾਪਾ ਹੁੰਦਾ ਹੈ, ਉੱਥੇ ਕੋਨੇ ਨੇ ਸਾਰੇ। ਪਰ ਸਤਿਗੁਰੂ ਨੇ ਕਿਹਾ ਵੀ ਪ੍ਰਗਟ ਗੁਰਾਂ ਕੀ ਦੇਹ ਆ। ਸਾਡੀ ਸ਼ੁਰੂਆਤ ਹੀ ਕਰਾਮਾਤ ਤੋਂ ਹੁੰਦੀ ਹੈ। ਪੰਜਾਂ ਦੇ ਸੀਸ ਲੈ ਕੇ ਜੋੜਦੇ ਨੇ, ਕਰਾਮਾਤ ਨਹੀਂ ਗੀ, ਕਰਾਮਾਤ ਹੈ। ਪਰ ਇਸ ਕਰਾਮਾਤ ਵਿੱਚ ਆਪਾਂ ਨਹੀਂ ਕੁਝ ਹੈਗਾ, ਲੁਕਾਈ ਦਾ ਭਲਾ ਹੈ। ਪੁਲਿਸ ਵਾਲੇ ਕੋਲ ਗਨ, ਉਹਦੀ ਚੱਲੀ ਹੋਈ ਗੋਲੀ ਜੇ ਦੁਸ਼ਮਣ ਨੂੰ ਮਾਰਦੀ ਹੈ ਨਾ, ਦੁਸ਼ਮਣ ਨੂੰ, ਜਿਹੜਾ ਦੇਸ਼ ਦਾ ਵਿਰੋਧੀ ਹੈ ਜਾਂ ਦੁਸ਼ਮਣ ਹੈ, ਦੇਸ਼ ਦਾ ਦੁਸ਼ਮਣ, ਲੋਕਾਂ ਦਾ ਦੁਸ਼ਮਣ, ਪਬਲਿਕ ਦਾ ਦੁਸ਼ਮਣ, ਜੇ ਪੁਲਿਸ ਵਾਲਾ ਨੂੰ ਗੋਲੀ ਮਾਰਦਾ ਤੇ ਲੋਕ ਉਹਨੂੰ ਹੱਥਾਂ ਤੇ ਚੁੱਕਦੇ ਨੇ। ਬੜੀ ਬਹਾਦਰੀ ਕੀਤੀ ਵੀ ਯੋਧੇ ਨੇ, ਉਹਨੂੰ ਮੈਡਲ ਮਿਲਦੇ ਨੇ, ਪਰਮਵੀਰ ਚੱਕਰ ਮਿਲਦੇ ਨੇ। ਉਹੀ ਪੁਲਿਸ ਵਾਲਾ ਕਿਤੇ ਘਰ ਦੀ ਲੜਾਈ ਚ ਕਰਕੇ ਤੇ ਗਵਾਂਢੀ ਮਾਰਦਾ ਹੋਵੇ ਤੇ ਜੇਲ੍ਹ ਚਲਾ ਜਾਂਦਾ। ਸਾਰਾ ਕੁਝ ਖਤਮ। ਗੋਲੀ ਉਹ, ਗਨ ਉਹ, ਬੰਦਾ ਉਹ, ਪਰਪਜ ਹੋ ਰਿਹਾ। ਪਰਪਜ ਬਦਲਿਆ ਨਹੀਂ ਤੇ ਸਾਰਾ ਕੁਝ ਬਦਲ ਗਿਆ। ਜਦੋਂ ਭਲਾਈ ਲਈ ਗੋਲੀ ਚਲਾਉਂਦਾ ਹੈ ਤੇ ਉਹਦੀ ਜੈ ਜੈਕਾਰ ਹੈ। ਜਦੋਂ ਆਪਣੇ ਘਰ ਦੇ ਕੰਮਾਂ ਲਈ ਗੋਲੀ ਚਲਾਉਂਦਾ ਤੇ ਨੌਕਰੀ ਵੀ ਗਈ ਤੇ ਜੇਲ੍ਹ ਵੀ ਪੱਕੀ। ਇਹ ਗੁਰੂ ਨਾਨਕ ਦੇ ਘਰ ਵਿੱਚ ਜਦ ਵੀ ਕਰਾਮਾਤ ਵਾਪਰੀ ਹੈ ਨਾ, ਲੁਕਾਈ ਦੇ ਭਲੇ ਲਈ, ਆਪਣੇ ਗੋਡਿਆਂ ਨੂੰ ਪੁਜਾਉਣ ਲਈ ਨਹੀਂ, ਆਪਣੇ ਪੈਰਾਂ ਤੇ ਪਾਉਣ ਲਈ ਨਹੀਂ। ਭਾਵੇਂ ਗੁਰੂ ਸਾਹਿਬ ਨੇ ਤੇ ਭਾਵੇਂ ਗੁਰੂ ਦੇ ਗੁਰਮੁਖ ਪਿਆਰੇ ਰੂਹਾਂ ਨੇ, ਆਪਣੇ ਲਈ ਨੇ। ਕੋਈ ਵੀ ਕਾਰਜ ਜਦੋਂ ਅਸੀਂ ਆਪਣੇ ਲਈ ਕਰਨੇ ਆ, ਲੋਭ ਵਸ ਹੋ ਕੇ ਕਰਨੇ ਆ, ਉੱਥੇ ਬਖਸ਼ਿਸ਼ ਨਹੀਂ ਲੈਂਦੀ, ਉੱਥੇ ਗੁਰੂ ਨੂੰ ਪਿੱਠ ਹੁੰਦੀ ਹੈ। ਤੇ ਪਿੱਠ ਕਰਕੇ ਜੋ ਵੀ ਕੁਝ ਖਟਿਆ ਕਮਾਇਆ ਉਹ ਕਰਾਮਾਤ ਹੁੰਦੀ ਹੈ ਤੇ ਉਜੈਰ ਹੁੰਦੀ ਹੈ। ਆਓ ਆਪਾਂ ਜੁੜੀਏ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬਹੁਤੇ ਕਾਜ ਸੁਧਾਰਨਗੇ, ਵੀਰ ਰਸ ਨੇ ਮਨੋਂ ਸਰੀਰ ਧਾਰਿਆ ਹੈ। ਹਮ ਤਜ ਹੈ ਤੁਰਕਨ ਸਿਰ ਹੋਏ। ਮਹਾਰਾਜ ਕਹਿੰਦੇ ਅਸੀਂ ਆਪਣਾ ਸਰੀਰ ਤੁਰਕਾਂ ਦੇ ਸਿਰ ਲਾ ਕੇ, ਬਹਾਨਾ ਜੰਗ ਦਾ ਬਣਨਾ ਹੈ, ਯੁੱਧ ਹੋਣੇ ਨੇ। ਯੁੱਧ ਵੀ ਕੋਈ ਥੋੜੇ ਥੋੜਾ ਹੋਣੇ ਨੇ, 4 ਯੁੱਧ ਪਾਤਸ਼ਾਹ ਨੇ ਕਰਨੇ ਨੇ। ਤੇ ਵੱਡੇ ਯੁੱਧ ਲਈ ਵੱਡਾ ਬਹਾਨਾ ਫਿਰ ਆਪਣਾ ਸਿਰ ਦੇਣਾ ਹੀ ਪਏਗਾ। ਕਿਸੇ ਚੀਜ਼ ਨੂੰ ਯਕਦਮ ਮੋੜਨਾ ਹੋਵੇ, ਯਕਦਮ, ਤੇ ਉਹਨੂੰ ਯਕਦਮ ਬੜੀ ਤੇਜ਼ੀ ਦੇ ਨਾਲ ਉਹਨੂੰ ਗਰਮ ਕਰਨਾ ਪਏਗਾ। ਲੋਹੇ ਨੂੰ ਯਕਦਮ ਮੋੜਨਾ ਹੋਵੇ, ਬੜਾ ਜ਼ੋਰ ਲਾਉਣਾ ਪਏਗਾ ਤੇ ਗਰਮ ਕਰਨਾ ਪਏਗਾ। ਮਹਾਰਾਜ ਸਾਹਿਬ ਜੀ ਸਿਮਰਨ ਤੇ ਭਗਤੀ ਤੋਂ ਤਲਵਾਰ ਵੱਲ ਮੋੜਨ ਲੱਗੇ ਨੇ ਤੇ ਦੁਨੀਆ ਏਡੀ ਛੇਤੀ ਮੁੜਦੀ ਨਹੀਂ ਗੀ। ਦੁਨੀਆ ਤੇ ਅੱਜ ਤੱਕ ਨਹੀਂ ਅੰਮ੍ਰਿਤ ਨੂੰ ਮੰਨਣ ਡਈ, ਮਰ ਕੇ ਵੀ ਨਹੀਂ ਮੰਨਣ ਡਈ, ਦੁਖੀ ਬੜੀ ਹੈ। ਕਿਹੜਾ ਪੰਜਾਬ ਦਾ ਘਰ ਹੈ ਜਿਹੜਾ ਨਹੀਂ ਡੁੱਬਿਆ ਨਸ਼ੇ ਵਿੱਚ ਤੇ ਅੰਮ੍ਰਿਤ ਵੱਲ ਅਜੇ ਮੂੰਹ ਨਹੀਂ ਕਰਦੇ? ਨਾ ਬੁੱਢੇ ਕਰਨ, ਨਾ ਬੀਬੀਆਂ ਕਰਨ, ਨਾ ਮਰ ਚੱਲੇ ਨੇ, ਅੰਮ੍ਰਿਤ ਵੱਲ ਮੂੰਹ ਨਹੀਂ ਹੁੰਦਾ, ਤਲਵਾਰ ਵੱਲ ਮੂੰਹ ਨਹੀਂ ਹੁੰਦਾ। ਤੇ 5 ਗੁਰੂ ਸਾਹਿਬਾਂ ਨੇ ਜਿਹੜੀ ਮਾਲਾ ਦੀ ਭਗਤੀ ਦਿੱਤੀ, ਉਹਨੂੰ ਯਕਦਮ ਮੋੜਨਾ ਹੋਵੇ ਨਾ, ਕਿਰਪਾਨ ਤੇ ਤਲਵਾਰ ਵੱਲ, ਇਹ ਔਖਾ ਸੀ, ਸਿਰ ਦੇਣਾ ਹੀ ਪੈਣਾ ਸੀ। ਹਜੂਰ ਨੇ ਫਿਰ ਬੜਾ ਵੱਡਾ ਜਿਹੜਾ ਆਪਣਾ ਨਾ ਕਰਮ ਕੀਤਾ ਸਰੀਰ ਦੇ ਅੰਦਰ, ਤੇ ਸਾਰਿਆਂ ਦੇ ਮਨਾਂ ਵਿੱਚ ਸੀ ਵੀ ਸਾਡੇ ਹੱਥਾਂ 'ਚ ਸ਼ਾਸਤਰ ਚਾਹੀਦੇ ਨੇ ਤੇ ਵੱਢਣੇ ਨੇ। ਮਹਾਰਾਜ ਸਾਹਿਬ ਨੂੰ ਜਦੋਂ ਤਸਈਏ ਇੰਨੇ ਦਿੱਤੇ ਹਨਾ, ਤੇ ਉਹਨਾਂ ਦੇ ਆਪਣੇ ਆਪ ਅੰਦਰੋਂ ਮੰਗ ਉੱਠੀ ਵੀ ਸ਼ਾਸਤਰ ਚਾਹੀਦੇ ਨੇ। ਜੇ ਉਸ ਤਰ੍ਹਾਂ ਸ਼ਾਸਤਰ ਫੜਾਈਏ ਤੇ ਬੜਾ ਔਖਾ ਹੋਣਾ ਸੀ। ਹਜ਼ੂਰ ਕਹਿਣ ਲੱਗੇ ਅਸੀਂ ਆਪਣਾ ਸਰੀਰ ਦਾ ਭਾਂਡਾ ਜਿਹੜਾ ਹੈ ਨਾ, ਤੁਰਕਾਂ ਦੇ ਸਿਰ ਭੰਨਾਂਗੇ।
ਇਨਕੋ ਤੇਜ ਕਰਹਿ ਛੇ ਜੋਏ। ਤੇ ਗਰੀਬ ਨਵਾਜ ਮਹਾਰਾਜ ਇਹਨਾਂ ਦਾ ਤੇਜ ਪ੍ਰਤਾਪ ਖਤਮ ਕਰ ਦੇਣਗੇ। ਸ੍ਰੀ ਨਾਨਕ ਕੀ ਬਖਸ਼ਿਸ਼ ਭਾਰੀ। ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਭਾਰੀ ਹੈ। ਬਾਬਾ ਜੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਤੇ ਕੋਈ ਫਰਕ ਹੈ? ਗੁਰੂ ਨਾਨਕ ਸਾਹਿਬ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਬਾਬੇ ਬੁੱਢੇ ਸਾਹਿਬ ਦਾ ਕੀ ਫਰਕ ਹੈ ਜੀ? ਪਾਣੀ ਭਾਫੇ ਪਾਣੀ, ਬਰਫੇ ਪਾਣੀ, ਪਾਣੀ ਕੋਈ ਫਰਕ ਥੋੜਾ ਹੈ। ਕਰਕੇ ਭਾਰੀ ਹਨ ਜੀ ਬਖਸ਼ਿਸ਼ ਦੇ ਪਾਤਰ। ਸਿਰ ਦੇ ਕਰ ਛੀਨਹਿ ਹਮਸਾਰੀ। ਤੇ ਅਸੀਂ ਸਿਰ ਦੇ ਕੇ ਇਹਨਾਂ ਦਾ ਜਿੰਨਾ ਤੇਜ ਪ੍ਰਤਾਪ ਤੁਰਕਾਂ ਦਾ ਖੋਹ ਲਵਾਂਗੇ। ਅਪਰ ਉਪਾਉ ਲੈਨ ਕੋ ਨਾਹੀ। ਹੋਰ ਕੋਈ ਕਾਰਨ ਨਹੀਂ ਬਣ ਸਕਦਾ ਇਹਨਾਂ ਦਾ ਤੇਜ ਪ੍ਰਤਾਪ ਖੋਹਣ ਵਾਸਤੇ। ਹੋਰ ਕੋਈ ਤਰੀਕਾ ਹੀ ਨਹੀਂਗਾ, ਸਿਰ ਹੀ ਦੇਣਾ ਪਏਗਾ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿਰ ਦਿੱਤਾ, ਵੀ ਸਿਰ ਦੇ ਕੇ ਇਹਨਾਂ ਦਾ ਤੇਜ ਪ੍ਰਤਾਪ ਖੋਇਆ ਜਾ ਸਕਦਾ ਹੈ। ਜਿਸ ਤੇ ਤੁਰਕ ਤੇਜ ਬਿਨ ਸਾਹੀ। ਔਰ ਜਿਸ ਕਰਕੇ ਤੁਰਕਾਂ ਦਾ ਤੇਜ ਪ੍ਰਤਾਪ ਖਤਮ ਹੋਵੇਗਾ। ਅਪਰ ਸਕਲ ਕਾਰਜ ਬਨ ਰਹੇ। ਬਹੁਤ ਸਾਰੇ ਹੋਰ ਵੀ ਬਾਬਾ ਬੁੱਢਾ ਸਾਹਿਬ ਸਾਡੀ ਸ਼ਹਾਦਤ ਦੇ ਕਾਰਨ ਨੇ। ਇੱਕ ਨਹੀਂਗਾ, ਇੱਕ ਕਾਰਨ ਨਹੀਂ ਹੁੰਦਾ, ਬੜੇ ਕਾਰਨ ਹੁੰਦੇ ਨੇ। ਮਹਾਰਾਜ ਕਹਿੰਦੇ ਹੋਰ ਵੀ ਬੜੇ ਕਾਰਨ ਹਨ। ਕੌਣ ਬਿਗਨ ਕਰ ਸਕ ਹੈ ਲਹੇ। ਤੇ ਕਹਿਣ ਲੱਗੇ ਵੀ ਕੌਣ ਬਿਗਨ ਕਰ ਸਕ ਹੈ ਲਹੇ। ਤੇ ਕਿਹੜਾ ਕੋਈ ਜਿਹੜਾ ਸਾਡੇ ਨਾਲ ਕੋਈ ਬਿਗਨ ਜਾਂ ਸਾਨੂੰ ਕੋਈ ਦੁੱਖ ਦੇ ਸਕਦਾ ਹੋਵੇ। ਦੀਨ ਦੁਨੀ ਕੋ ਰਾਜ ਬਿਸਾਲਾ। ਇਹ ਦੀਨ ਦੁਨੀਆ ਦਾ ਜਿਹੜਾ ਰਾਜ ਭਾਗ ਹੈ ਜੀ ਬਹੁਤ ਵੱਡਾ। ਸ੍ਰੀ ਸਤਿਗੁਰ ਕੇ ਘਰ ਸਭ ਕਾਲਾ। ਮਹਾਰਾਜ ਕਹਿਣ ਲੱਗੇ ਬਾਬਾ ਜੀ ਇਹ ਜਿਹੜਾ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਭੱਟ ਜੀ ਕਹਿੰਦੇ ਨੇ ਰਾਜ ਤੇ ਜੋਗ ਦਾ ਤਖਤ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ ਦਿੱਤਾ ਹੈ। ਰਾਜ ਹੁੰਦਾ ਰਾਜਸੀ, ਵੀ ਸੋਹਣੇ ਲਿਬਾਸ ਵਿੱਚ ਰਹਿਣਾ, ਸੋਹਣਾ ਖਾਣਾ ਪੀਣਾ ਤੇ ਉਡਾਉਣਾ। ਰਾਜ ਵੀ ਦਿੱਤਾ ਤੇ ਮਹਾਰਾਜ ਨੇ ਜੋਗ ਵੀ ਦਿੱਤਾ, ਵੀ ਸੋਹਣਾ ਅੰਡਾ ਕੇ ਖਾ ਕੇ ਪਰਿਵਾਰ 'ਚ ਰਹਿ ਕੇ ਫਿਰ ਵੀ ਜੋਗੀ ਬਣ ਕੇ ਰਹਿਣਾ ਹੈ। ਨਹੀਂ ਤਾਂ ਇੱਕ ਹੀ ਮਤ ਚੱਲਦਾ ਸੀ, ਜਿਹਨੇ ਜੋਗੀ ਬਣਨਾ ਉਹ ਘਰ ਛੱਡ ਦੇ, ਬਰਖਤ ਹੋ ਜਾਏ, ਤੇ ਜਿਹਨੇ ਬੰਦਗੀ ਨਹੀਂ ਕਰਨੀ ਉਹ ਰਾਜਾ ਬਣ ਜਾਏ। ਅੱਜ ਵੀ ਚੱਲਦਾ ਹਿੰਦੁਸਤਾਨ ਦੇ ਵਿੱਚ। ਮੈਂ ਇੱਕ ਵਾਰ ਵੇਖ ਰਿਹਾ ਸੀ, ਬੜਾ ਅਮੀਰ ਘਰਾਣਾ ਜਿਨ੍ਹਾਂ ਦੇ ਹੀਰਿਆਂ ਦਾ ਵਪਾਰ ਸੀ, ਉਹਨਾਂ ਦਾ 9 ਸਾਲ ਦਾ ਬੱਚਾ ਜੈਨੀ ਬਣਿਆ ਤੇ ਬੜਾ ਟੀਵੀਆਂ ਅਖਬਾਰਾਂ ਤੇ ਨਾਂ ਚੱਲਿਆ ਵੀ ਉਹ ਘਰੋਂ ਬਰਖਤ ਹੋ ਰਿਹਾ, ਜੈਨੀ ਬਣ ਰਿਹਾ। ਤੇ ਉਹਦਾ ਅਹਿਮਦਾਬਾਦ ਵਿੱਚੋਂ ਸੂਰਤ ਦਾ ਸੀ ਉਹਦਾ ਜਲੂਸ ਕੱਢਿਆ ਗਿਆ, ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਹਾਂ ਜਲ ਜਲੂਸ, ਲੋਕਾਂ ਨੂੰ ਵਿਖਾਇਆ ਗਿਆ। ਬੜੀ ਮਾਇਆ ਦੇ ਵਰਖਾ ਕੀਤੀ ਗਈ ਵੀ ਇਹ ਬਰਕਤ ਹੋਣ ਲੱਗਾ, ਜੈਨੀਆਂ ਵਿੱਚ ਜਾਣ ਲੱਗਾ। ਜਿਹੜੇ ਮੂੰਹ ਬਣਦੇ ਨੇ ਤੇ ਥੱਲੇ ਉਹ ਝਾੜੂ ਦੇ ਕੇ ਤੁਰਦੇ ਨੇ। ਮੈਂ ਸੋਚਦਿਆ ਸਾਂ 9 ਸਾਲ ਦੀ ਉਮਰ ਹੈ ਤੇ ਬੜਾ ਮਾਰਗ ਔਖਾ ਹੈ। ਇਹ ਨੰਗੇ ਹੋ ਕੇ ਸਿਰ ਮੂੰਹ ਬਣਾ ਕੇ ਥੋੜਾ ਰੱਬ ਮਿਲਦਾ। ਇਹ ਤੇ ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਨਾ ਵੀ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ। ਇਹ ਪੰਜ ਬਿਖਾਦੀ ਨੇ, ਰਾਖੋ ਰਾਖਣਾ। ਇਹ ਤੇ ਪੰਜਾਂ ਦੀ ਗੱਲ ਕੀਤੀ, ਇੱਥੇ ਤੇ 9 ਜਣੇ ਨੇ। ਅੱਖਾਂ ਹੋਰ ਬਾਹਰ ਨੂੰ ਭੱਜਦੀਆਂ ਨੇ, ਕੰਨ ਹੋਰ ਭੱਜਦੇ ਨੇ। ਇਹਨਾਂ 9 ਨੂੰ ਕੌਣ ਕੰਟਰੋਲ ਕਰੇਗਾ? ਕੱਪੜੇ ਲਾ ਕੇ ਸਾਧੂ ਬਣ ਜਾਣਾ ਤੇ ਬੜਾ ਸੌਖਾ ਹੈ। ਇਹ ਨਹੀਂ 9 ਕੰਟਰੋਲ ਹੁੰਦੇ, ਇਹ ਨਹੀਂ 5 ਜਿਹਨੇ ਮਲਮਾਰੇ 5 ਸੂਰਬੀਰ ਐਸੋ ਕੌਣ ਬਣ। ਮੈਂ ਟੀਵੀ ਜਦੋਂ ਵੇਖਣਾ, ਜਦੋਂ ਪੇਪਰ 'ਚ ਪੜ੍ਹਨਾ, ਮੈਂ ਕਹਿ ਕਿਹੜਾ ਮਾਰ ਗਏ, ਇਹ ਤੇ ਬੜਾ ਔਖਾ ਮਾਰ ਗਏ, ਮਰ ਕੇ ਜਾਣਾ ਪੈਂਦਾ। ਚਲੋ ਖੈਰ, ਸਤਿਗੁਰੂ ਨੇ ਸਾਨੂੰ ਕਿਹਾ ਨਹੀਂ, ਰਾਜ ਜੋਗ ਤਖਤ ਦੀਨ ਗੁਰੂ ਰਾਮ ਦਾ ਆਹੀ ਨਵੇਕਲਾ। ਮਹਾਰਾਜ ਕਹਿੰਦੇ ਰਾਜਾ ਵੀ ਬਣ ਕੇ ਰਹਿਣਾ, ਸੋਹਣੇ ਕੱਪੜਿਆਂ, ਸੋਹਣੇ ਪਰਿਵਾਰ, ਘਰ ਬਾਰ 'ਚ, ਤੇ ਬੰਦਗੀ ਵੀ ਕਰਨੀ ਹੈ, ਜੋਗ ਵੀ ਕਰਨਾ ਹੈ। ਮਹਾਰਾਜ ਕਹਿੰਦੇ ਦੋਨਾਂ ਵਿੱਚ ਹੀ ਆਨੰਦ ਲੈਣਾ ਹੈ। ਇਸ ਕਰਕੇ ਇਹ ਦੀਨ ਦੁਨੀ ਕੋ ਰਾਜ ਬਿਸਾਲਾ, ਸ੍ਰੀ ਸਤਿਗੁਰ ਕੇ ਘਰ ਸਭ ਕਾਲਾ, ਇਹ ਸਦਾ ਹੀ ਬਣਿਆ ਰਹੇਗਾ ਗੁਰੂ ਨਾਨਕ ਦੇ ਘਰੇ। ਪਰਮੇਸ਼ਰ ਕੀ ਬਖਸ਼ਿਸ਼ ਮਹਾ। ਅਕਾਲ ਪੁਰਖ ਜੀ ਦੀ ਗੁਰੂ ਨਾਨਕ ਦੇ ਘਰ ਵਿੱਚ ਬਹੁਤੀ ਬਖਸ਼ਿਸ਼ ਹੈ। ਕੌਣ ਮਿਟਾਏ ਸਕੈ ਬਲ ਕਹਾਂ। ਕਿਹੜਾ ਕੋਈ ਜੰਮਿਆ ਇੰਨਾ ਬਲ ਧਾਰੀ ਗੁਰੂ ਨਾਨਕ ਸਾਹਿਬ ਜੀ ਦੇ ਰਾਜ ਜੋਗ ਤਖਤ ਨੂੰ ਹਟਾ ਦੇਵੇ ਜਾਂ ਖਤਮ ਕਰ ਦੇਵੇ। ਬਾਬਾ ਜੀ ਪਰਵਾਹ ਨਾ ਕਰੋ, ਸਾਡੇ ਜਾਣ ਤੋਂ ਬਾਅਦ ਇਹ ਰਾਜ ਜੋਗ ਦੀ ਗੁਰਤਾ ਗੱਦੀ ਜਿਹੜੀ ਹੋਰ ਚਮਕੇਗੀ, ਹੁਣ ਰਾਜਿਆਂ ਵਾਂਗੂ ਚਮਕੇਗੀ। ਮੇਰਾ ਯੋਧਾ ਸਪੁੱਤਰੇ ਨੂੰ ਹੋਰ ਚਮਕਾਏਗਾ। ਕਿਤੇ ਮੱਧਮ ਨਹੀਂ ਪੈਂਦੀ, ਇਹ ਛੁਪਦੀ ਨਹੀਂ ਹੈ। ਹੋਏ ਪ੍ਰਸੰਨ ਸ੍ਰੀ ਨਾਨਕ ਦੀਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਪ੍ਰਸੰਨ ਹੋਏ, ਤਿੰਨ
ਝੂਠੇ ਕਰ ਲੈ ਹਮ ਛੀਨ। ਜਦੋਂ ਗੁਰੂ ਨਾਨਕ ਸਾਹਿਬ ਨੇ ਦਇਆ ਕੀਤੀ, ਇਹਨਾਂ ਤੁਰਕਾਂ ਦਾ ਤੇਜ ਪ੍ਰਤਾਪ ਇਹਨਾਂ ਨੂੰ ਝੂਠਿਆਂ ਕਰਕੇ ਅਸੀਂ ਖੋਹ ਲਵਾਂਗੇ। ਇਤਿਆਦਕ ਸਤਿਗੁਰ ਸਮਝਾਏ। ਬਹੁਤ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਸਮਝਾਇਆ। ਅੱਖਾਂ ਚੋਂ ਨੀਰ ਤੇ ਵਹਿੰਦਾ ਹੋਏਗਾ, ਐਡੀ ਕਿਹੜੀ ਗੱਲ ਹੈ। ਕੋਈ ਆਪਣਾ ਪਿਆਰਾ ਆਪਾਂ ਨੂੰ ਕਵੇ ਜੀ ਅਸੀਂ ਸਰੀਰ ਤੇ ਆਗਨ ਚੱਲੇ ਆ, ਉਹਦੇ ਜਦੋਂ ਜਹਾਜ਼ ਚੜੀ ਦਾ ਉਦੋਂ ਅੱਖਾਂ 'ਚ ਪਾਣੀ ਆ ਜਾਂਦੇ ਨੇ, ਵਿਛੋੜਾ ਪੈ ਜਾਂਦਾ ਵੀ ਤੁਸੀਂ ਚੱਲੇ ਹੋ ਜੀ। ਭਾਵੇਂ ਮਿਲ ਪੈਣਾ ਤੇ ਜਿੰਨਾ ਸਾਹਾਂ 'ਚ ਸਾਹ ਹੋਣ ਤੇ ਇੱਕ ਸਰੀਰ 'ਚੋਂ ਦੂਜਾ ਸਰੀਰ ਨਿਕਲੇ, ਕਿੰਨਾ ਦੁਖੀ ਹੈ। ਮਹਾਰਾਜ ਸਾਹਿਬ ਕਹਿਣ ਲੱਗੇ ਕੋਈ ਨਹੀਂ, ਹੌਸਲਾ ਰੱਖੋ। ਇਸ ਤਰ੍ਹਾਂ ਬਚਨ ਕੀਤੇ। ਨਿਜ ਗਾਦੀ ਪਰ ਪੁੱਤਰ ਬਿਠਾਏ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਸਥਾਨ ਤੇ ਗੁਰਤਾ ਗੱਦੀ ਤੇ ਬਿਠਾਇਆ। ਦੋਹਰਾ ਸਾਹਿਬ ਬੁੱਢੇ ਨਿਕਟ ਤੇ। ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਦੇ ਕੋਲੋਂ ਕੁੰਕਮ ਮਲਿਆ ਕਸਾਏ। ਕੁੰਕਮ ਹੁੰਦਾ ਕੇਸਰ ਤੇ ਮਲਿਆ ਮੈਨੇ ਹੁੰਦਾ ਚੰਦਨ ਨੂੰ, ਇਹਨੂੰ ਘਸਾ ਕਰਕੇ ਸੋਢੀ ਕੁਲ ਕੇ ਤਿਲਕ ਕੈ। ਤੇ ਸੋਢੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਮਸਤਕ ਵਿੱਚ ਤਿਲਕ ਲਾਇਆ ਗਿਆ। ਦੀਨੋ ਤਿਲਕ ਕਰਾਏ। ਤੇ ਗੁਰਤਾ ਗੱਦੀ ਦਾ ਤਿਲਕ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਨੇ ਕੀਤਾ ਹੈ। ਚੌਪਈ ਰਾਖੋ ਗੋਪ ਨਹੀਂ ਬਿਦਤਾਵਹੁ। ਹੁਣ ਤਿਲਕ ਦਾ ਬੜਾ ਰੌਲਾ ਪੈਂਦਾ ਵੀ ਤਿਲਕ ਕਿਉਂ ਲਾਉਂਦੇ ਨੇ। ਵੈਸੇ ਤੇ ਵੀ ਮਹਾਂਪੁਰਖਾਂ ਨੂੰ ਹੀ ਪਤਾ ਹੈ। ਉਹ ਮੈਂ ਦੱਸ ਦੇਣਾ, ਪੁਰਾਣੇ ਜ਼ਮਾਨੇ ਵਿੱਚ ਜਦੋਂ ਰਾਜੇ ਤੋਂ ਦੂਜਾ ਰਾਜਾ ਤਖਤ ਤੇ ਬਹਿੰਦਾ ਤੇ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ। ਆ ਵੀ ਜਿਹੜਾ ਚੌਰ ਛਤਰ ਤੇ ਇਹ ਰਾਜਿਆਂ ਦੀ ਨਿਸ਼ਾਨੀ ਹੈ। ਜਿੰਨੇ ਰਾਜੇ ਬਹਿੰਦੇ ਸੀ ਨਾ ਪੁਰਾਣੇ, ਉਹਨਾਂ ਦਾ ਤਖਤ ਹੁੰਦਾ ਸੀ। ਤੁਸੀਂ ਜਦੋਂ ਟੀਵੀ ਵੇਖਦੇ ਹੋਵੋਗੇ ਪੁਰਾਣੀਆਂ ਰਮਾਇਣ ਮਹਾਂਭਾਰਤ ਜਾਂ ਹੋਰ ਕੀ, ਉਹਦੇ ਵਿੱਚ ਰਾਜੇ ਤੇ ਚੰਦੋਵਾ ਇਸ ਤਰ੍ਹਾਂ ਉੱਚਾ ਤਖਤ ਤੇ ਫਿਰ ਉਹਦੇ ਦੁਆਲੇ ਚੌਰ ਸਾਹਿਬ ਪੱਕਾ ਹੁੰਦਾ, ਤੁਸੀਂ ਵੇਖਿਓ। ਤੇ ਜੇ ਇਹ ਰਾਜੇ ਦੀ ਨਿਸ਼ਾਨੀ ਹੈ, ਇਹ ਤਾਂ ਮੇਰਾ ਮੋਟਾ ਜਿਹਾ ਦਿਮਾਗ ਮੈਂ ਗੱਲ ਕਰਨੀ ਆ, ਬਾਕੀ ਮਹਾਂਪੁਰਖ ਜਾਣਨ। ਤੇ ਰਾਜੇ ਨੂੰ ਫਿਰ ਰਾਜ ਤਿਲਕ ਵੀ ਦਿੱਤਾ ਜਾਂਦਾ ਸੀ, ਰਾਜ ਤਿਲਕ। ਤੇ ਜੇ ਰਾਜੇ ਦੀ ਨਿਸ਼ਾਨੀ ਇਹ ਸਭ ਕੁਝ, ਫਿਰ ਤਿਲਕ ਵੀ ਰਾਜ ਨਿਸ਼ਾਨੀ ਸੀਗੀ। ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਰਾਜ ਤਿਲਕ ਦਿੰਦੇ ਰਹੇ। ਇਸ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਗੁਰੂ ਨਾਨਕ ਦੇ ਘਰ ਵਿੱਚ ਇਹ ਨਹੀਂ ਵੀ ਇਹ ਕੁਝ ਨਹੀਂ, ਇਹ ਤੇ ਮਹਾਰਾਜ ਨੇ ਕਿਹਾ ਨਾ ਵੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ। ਉਹ ਰਾਜਿਆਂ ਦਾ ਤਾਂ ਸਜੁਲੀ ਬਿਸਤਰਾ ਗੋਲ ਹੋ ਗਿਆ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਖਤ ਰਾਜ ਅੱਜ ਵੀ ਉਸ ਤਰ੍ਹਾਂ ਹੀ ਸੁਭਾਏਮਾਨ ਹੈ। ਜਿਵੇਂ ਰਾਜੇ ਪਾਲਕੀ 'ਚ ਬਹਿ ਕੇ ਜਾਂਦੇ ਨੇ, ਗੁਰੂ ਰਾਮਦਾਸ ਦੇ ਦਰ ਤੇ ਵੇਖਿਓ ਸੋਨੇ ਦੀਆਂ 3 ਪਾਲਕੀਆਂ ਨੇ ਪਾਤਸ਼ਾਹ ਨੂੰ ਲਿਜਾਉਣ ਤੇ ਲਿਆਉਣ ਦੀਆਂ। ਉਸ ਤਰ੍ਹਾਂ ਹੀ ਚੱਲਦਾ ਰਾਜ ਭਾਗ। ਇਸ ਕਰਕੇ ਇਹ ਰਾਜਿਆਂ ਦੀ ਨਿਸ਼ਾਨੀ ਉਹ ਤਿਲਕ ਦਿੱਤਾ ਗਿਆ ਹੈ ਜੀ। ਸਭ ਸੰਗਤ ਕੋ ਸੀਖ ਸਿਖਾਵਹੁ। ਮਹਾਰਾਜ ਕਹਿੰਦੇ ਰਾਖੋ ਗੋਪ ਨਹੀਂ ਬਿਦਤਾਵੋ। ਬਿਦਤਾਵੋ ਮੈਨੇ ਪ੍ਰਗਟ ਕਰਨਾ। ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ ਸਾਰਾ ਕੁਝ ਗੁਪਤ ਰੱਖਣਾ। ਜੋ ਕੁਝ ਆਪਾਂ ਕਰ ਰਹੇ ਹਾਂ ਸੰਗਤ ਨੂੰ ਦੱਸਣਾ ਨਹੀਂ ਹੈ ਜੀ। ਮਮ ਸਰੂਪ ਸ੍ਰੀ ਹਰਗੋਬਿੰਦ। ਤੇ ਮੇਰਾ ਹੀ ਸਰੂਪ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਲਕ ਜੀ। ਜੋ ਜਾਣੈ ਸੋ ਲਹਿ ਆਨੰਦ। ਤੇ ਕਹਿਣ ਲੱਗੇ ਜਿਹੜਾ ਸਾਡਾ ਸਰੂਪ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਝੁਕੇਗਾ, ਖੁਸ਼ੀਆਂ ਪ੍ਰਾਪਤ ਕਰੇਗਾ। ਹਮ ਪੀਛੈ ਦੀਜੈ ਦਸਤਾਰ। ਮਹਾਰਾਜ ਕਹਿਣ ਲੱਗੇ ਇਹ ਕਿਸੇ ਨੂੰ ਨਹੀਂ ਦੱਸਣਾ ਸੰਗਤ ਨੂੰ। ਜਦੋਂ ਅਸੀਂ ਸੱਚਖੰਡ ਪਿਆਨਾ ਕਰ ਗਏ, ਤੁਸਾਂ ਨੇ ਮੁੜ ਕੇ ਸੰਗਤ ਵਿੱਚ ਦਸਤਾਰ ਬੰਦੀ ਕਰਨੀ। ਗੁਰਤਾ ਗੱਦੀ ਫਿਰ ਦੁਬਾਰਾ ਹੋਵੇਗੀ ਗੁਰੂ ਹਰਗੋਬਿੰਦ ਸਾਹਿਬ ਦੀ। ਜਦੋਂ ਮੀਰੀ ਤੇ ਪੀਰੀ ਧਾਰਨ ਸ਼ਾਸਤਰ ਧਾਰਨ ਦਾ ਦਿਵਸ ਆਉਂਦਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਡੇ ਜਾਣ ਤੋਂ ਬਾਅਦ ਫਿਰ ਤੁਸੀਂ ਸਾਰੀ ਸੰਗਤ ਦੇ ਸਾਹਮਣੇ ਜਿਹੜੀ ਇਹ ਮੀਰੀ ਤੇ ਪੀਰੀ ਵਾਲੀਆਂ ਇਹ ਕਿਰਪਾਨਾਂ ਵੀ ਧੰਨ ਗੁਰੂ ਅਰਜਨ ਦੇਵ ਜੀ ਆਪ ਹੀ ਕਢਾ ਕੇ ਦੇ ਗਿਆ ਸੀ। ਸ਼ਾਸਤਰ ਵਿਦਿਆ ਵੀ ਤੁਹਾਨੂੰ ਪਤਾ ਹੈ ਮਹਾਰਾਜ ਨੇ ਕੋਲ ਬੈਠਿਆਂ ਸਾਰੀ ਸਿਖਾਤੀ ਸੀ।
ਇਹ ਸਾਰਾ ਹੀ ਕਾਰਜ ਗੁਰੂ ਅਰਜਨ ਸਾਹਿਬ ਕਰ ਗਿਆ ਸੀ। ਕਹਿੰਦੇ ਸਾਡੇ ਬਾਅਦ ਤੋਂ ਦਸਤਾਰਬੰਦੀ ਕਰਿਓ, ਸਭ ਬਿਦ ਕਰੋ ਮੰਗਲਾਚਾਰ। ਮਹਾਰਾਜ ਕਹਿੰਦੇ ਖੁਸ਼ੀਆਂ ਦੇ ਨਾਲ, ਜਿਵੇਂ ਗੁਰੂ ਨਾਨਕ ਦੇ ਘਰ ਖੁਸ਼ੀਆਂ ਹੁੰਦੀਆਂ ਨੇ, ਉਸ ਤਰ੍ਹਾਂ ਹੀ ਖੁਸ਼ੀਆਂ ਵਿੱਚ ਰਹਿਣਾ ਹੈ। ਸਰਬ ਮਸੰਦ ਸੰਗਤਾਂ ਸਾਰੀ, ਸਾਰੇ ਮਸੰਦ ਤੇ ਸਾਰੀਆਂ ਹੀ ਸੰਗਤਾਂ। ਲਿਖੋ ਹੁਕਮ ਸਭ ਲਿਹੋ ਹਕਾਰੀ। ਸਾਡੇ ਜਾਣ ਤੋਂ ਬਾਅਦ ਸਾਡੇ ਦੁਸਹਿਰੇ ਤੇ ਜਦੋਂ ਦਸਤਾਰਬੰਦੀ ਹੋਏਗੀ, ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਚਿੱਠੀਆਂ ਭੇਜ ਕੇ ਮਸੰਦਾਂ ਨੂੰ ਬੁਲਾ ਲੈਣਾ। ਚੌਂ ਦਿਸ਼ ਕੋ ਹੋਏ ਮੇਲ ਬਿਸਾਲਾ। ਮਹਾਰਾਜ ਕਹਿੰਦੇ ਭਾਰੀ ਇਕੱਠ ਕਰਨਾ ਦਸਤਾਰਬੰਦੀ ਤੇ ਬਹੁਤ ਸੰਗਤ, ਕਿਉਂਕਿ ਸੰਗਤ ਨੂੰ ਦੱਸਣਾ ਸੀ ਵੀ ਸ਼ਾਸਤਰ ਧਾਰੀ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਰੀ ਸੰਗਤ ਸੱਦ ਕੇ ਫਿਰ ਗੁਰਤਾ ਗੱਦੀ ਦਸਤਾਰਬੰਦੀ ਦੀ ਰਸਮ ਅਦਾ ਕਰਨੀ ਹੈ। ਸਾਰਿਆਂ ਨੂੰ ਅੱਖਾਂ ਸਾਹਮਣੇ ਵੇਖ ਕੇ ਪਤਾ ਲੱਗ ਜਾਏ। ਤਖਤ ਬਿਠਾਵੋ ਤੁਮ ਤਿਸ ਕਾਲਾ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੇ ਉਦੋਂ ਫਿਰ ਤਖਤ ਤੇ, ਇਸ ਗੁਰਤਾ ਗੱਦੀ ਤੇ ਤਖਤ ਤੇ ਬਿਠਾਉਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਨਿਜ ਸਹਾਇਤਾ ਚਾਹੇ ਨ ਧਰੈ। ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਸੇ ਦੇ ਵੀ ਮੁਹਤਾਜ ਨਹੀਂ, ਆਪ ਮਹਾਨ ਹਨ। ਅਪਰਨ ਕੀ ਸਹਾਏ ਇਹ ਕਰੈ। ਕਿਸੇ ਦੀ ਲੋੜ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਿਉਂਕਿ ਸਮਾਂ ਉਹੋ ਜਿਹਾ ਗੱਲਾਂ ਹੋਣੀਆਂ ਸੀ ਨਾ, ਲੈ ਇਹ ਤੇ ਛੋਟੇ ਨੇ, ਕਾਹਨੂੰ ਕਿਰਪਾਨਾਂ ਧਾਰ ਲਈਆਂ, ਕਾਹਨੂੰ ਜੰਗ ਯੁੱਧ ਕਰਨਾ, ਬੜੇ ਗੱਲਾਂ ਕਰਨਗੇ ਜਿਵੇਂ ਮਹਾਂਪੁਰਖਾਂ ਨੂੰ ਨਹੀਂ ਕਰਦੇ ਲੋਕ ਗੱਲਾਂ ਸੰਤਾਂ ਨੂੰ। ਲੈ ਆਪਾਂ ਨੂੰ ਕੀ ਲੋੜ ਸੀ ਦਿੱਲੀ ਨਾ ਮੱਥਾ ਲਾਉਣ ਫਲਾਣਾ, ਹੁਣ ਕੌਣ ਪੁੱਛੇ ਵੀ ਤੁਹਾਨੂੰ ਨਾ ਪਤਾ, ਤੁਸੀਂ ਲੰਗਰ ਛਕੋ, ਆਪਦਾ ਲੰਗਰ ਛਕ ਕੇ ਘਰਾੜੇ ਮਾਰੋ, ਤੁਹਾਨੂੰ ਕੀ ਪਤਾ ਪੰਥ ਦੇ ਗ੍ਰੰਥ ਦਾ। ਗੱਲਾਂ ਹੀ ਨੇ ਨਾ ਸਾਰੀਆਂ, ਇਹੋ ਹੀ ਜਾਣਦਾ। ਕਰਨ ਕਾਰਨ ਸਮਰੱਥ ਨਾ ਇਹ ਘਰ ਛੱਡ ਸਕੀਏ। ਇੱਕ ਦਿਨ ਮੈਂ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਉਣ ਡਿਆ ਹਾਂ। ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਉਹਨਾਂ ਦੇ ਧਰਮ ਸਪਤਨੀ, ਹੱਥ ਧਵਾਉਣ ਲੱਗਾ ਮੈਂ, ਤੇ ਮੈਨੂੰ ਕਹਿੰਦੀ ਪੁੱਤ ਵੀ ਜਦੋਂ ਮੈਂ ਮਹਾਂਪੁਰਖਾਂ ਕੋਲ ਜਾਂਦੀ ਸੀ ਨਾ, ਮੇਰੇ ਨਾਲ ਜਾਂ 5 ਬੀਬੀਆਂ ਹੁੰਦੀਆਂ ਜਾਂ 5 ਸਿੰਘ। 29 ਸਾਲ ਦੀ ਆਜੂ ਹੋਵੇ ਮਹਾਂਪੁਰਖਾਂ ਦੀ, ਤੇ ਸਾਡੇ ਮਾਤਾ ਜੀ ਫਿਰ ਕੋਈ 26-27 ਸਾਲ ਦੇ ਜਵਾਨ ਹੀ ਹੋਣਗੇ ਨਾ। 26-27 ਸਾਲ ਦੀ ਭਰ ਜਵਾਨੀ ਉਮਰ ਵਿੱਚ ਤੇ 29 ਸਾਲ ਦੀ ਭਰ ਜਵਾਨੀ ਚ 29 ਸਾਲ ਦੇ ਤੇ ਵਿਆਹ ਕਰਾਉਂਦੇ ਨੇ। ਤੇ ਮਹਾਂਪੁਰਖਾਂ ਨੇ, ਮਾਤਾ ਜੀ ਕਹਿੰਦੇ ਪੱਕਾ ਸੀ ਜਾਂ ਤੇ 5 ਸਿੰਘ ਜਾਂ ਪਤੀ ਆਪਣਾ ਹੋਵੇ ਤੇ ਉਹਨੂੰ ਫਤਿਹ ਬੁਲਾਉਣ ਲਈ 5 ਸਿੰਘਾਂ ਦੀ ਲੋੜ ਪੈਂਦੀ ਹੈ ਜਾਂ 5 ਮਤਾਵਾਂ। ਮਾਤਾ ਜੀ ਕਹਿੰਦੀ ਮੈਂ ਇਕੱਲੀ ਕਦੀ ਫਤਿਹ ਨਹੀਂ ਸੀ ਬੁਲਾਈ ਸੰਤਾਂ ਨੂੰ, 5 ਸਿੰਘਾਂ ਨੇ ਜਾਣਾ ਨਾਲ, ਮਹਾਂਪੁਰਖਾਂ ਨੇ ਮਿਲਣਾ। ਹਾਂ ਭਾਈ ਠੀਕ ਹੋ? ਠੀਕ। ਬੱਚੇ ਠੀਕ? ਠੀਕ। ਹੈਰਾਨ ਹੋਵੋਗੇ ਜਿੰਨਾ ਚਿਰ ਮਹਾਂਪੁਰਖ ਸੇਵਾਵਾਂ ਨਿਭਾਉਂਦੇ ਰਹੇ ਪ੍ਰਗਟ ਰੂਪ ਵਿੱਚ, ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਦੇ ਸਿਰ ਤੇ ਹੱਥ ਨਹੀਂ ਰੱਖਿਆ। 4-5 ਸਾਲ ਦੀ ਉਮਰ ਸੀ ਦੋਨਾਂ ਭਚੰਗੀਆਂ ਦੀ, ਹੱਥ ਨਹੀਂ ਰੱਖਿਆ। 5 ਰੁਪਏ ਦੇਣੇ ਤੇ ਦੂਰ ਦੀ ਗੱਲ। ਤੇ ਇਹੀ ਗੱਲਾਂ ਉਹਨਾਂ ਸੰਤਾਂ ਨੂੰ ਕਰਨੇ ਜਿਹੜੇ ਨਿਆਣੇ ਤੇ ਬਿਨਾਂ ਉੱਠਦੇ ਕੋਈ ਨਹੀਂ ਗਏ, ਨਾਲ ਨਾਲ ਤੁਰੇ ਫਿਰਦੇ ਨੇ। ਗੱਲਾਂ ਸੰਤਾਂ ਦੀਆਂ ਹਨਾ। ਸਾਡੇ ਅਸੀਂ ਲੰਗਰ ਛਕਣ ਵਾਲੇ ਹਾਂ, ਲੰਗਰ ਦੀ ਗੱਲ ਕਰੋ ਜਿਹੜਾ ਸਾਡਾ ਕੰਮ ਧੰਦਾ, ਇਹ ਉਹਨਾਂ ਦੀਆਂ ਗੱਲਾਂ ਨੇ। ਉਹ ਸਮਰੱਥ ਸਨ, ਕਰਨ ਹਾਰੇ ਸਨ। ਇਹ ਵੀ ਇੱਥੇ ਵੀ ਗੱਲਾਂ ਇਹੀ ਹੋਣੀਆਂ ਨੇ। ਲੈ ਕਿਰਪਾਨ ਦੀ ਕੀ ਲੋੜ ਸੀ, ਕੀ ਲੋੜ ਹੈ ਛੋਟੀ ਉਮਰ 'ਚ। ਮਹਾਰਾਜ ਪਹਿਲਾਂ ਹੀ ਕਹਿ ਗਿਆ, ਬਾਬਾ ਬੁੱਢਾ ਸਾਹਿਬ ਨੇ ਕਹਿਣ ਲੱਗੇ ਵੀ ਇਹ ਆਪ ਸਮਰੱਥ ਨੇ, ਕੋਈ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਲੋੜ ਨਹੀਂ ਹੈ। ਇਮ ਕਹਿ ਪਰਮ ਪ੍ਰੇਮ ਕੋ ਕਰ ਮਨ। ਇਸ ਤਰ੍ਹਾਂ ਬਹੁਤਾ ਪ੍ਰੇਮ ਪਿਆਰ ਸਾਰਿਆਂ ਨੂੰ ਦੇ ਕੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਰਾਂ ਨੂੰ ਸਿੱਖਿਆ ਦੇਤ ਭਏ ਸ਼੍ਰੀ ਅਰਜਨ। ਆਪਣੇ ਸੁਪੁੱਤਰ ਨੂੰ ਵੀ ਪਿਆਰ ਪ੍ਰੇਮ ਕਰਕੇ ਤੇ ਸਿੱਖਿਆ। ਹੁਣ 11 ਸਾਲ ਦਾ ਪੁੱਤ ਹੋਵੇ ਤੇ ਪਿਤਾ ਕਵੇ ਅਸੀਂ ਜਾਣਾ ਹੈ, ਇੱਥੇ ਸਮਰਾਥੀ ਜਾਣਦਾ ਨਾ। ਆਪਾਂ ਥੋੜਾ ਇਹੋ ਜਿਹੀਆਂ ਗੱਲਾਂ ਵਿੱਚ ਆ ਸਕਦੇ ਹਾਂ। ਸਾਰਾ ਕੁਝ ਮਹਾਰਾਜ ਨੇ ਅਖੀਰ ਤਿੱਕਰ ਦਾ ਸਭ ਕੁਝ ਸਮਝਾਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਅਹੰ ਬ੍ਰਹਮ ਇਹ ਬ੍ਰਿਤ ਉਰ ਧਰਨੀ। ਮਹਾਰਾਜ ਸਾਹਿਬ ਕਹਿਣ ਲੱਗੇ ਸਦਾ ਹੀ ਅਹੰ ਬ੍ਰਹਮ, ਪਰਮੇਸ਼ਰ ਵਿੱਚ ਬਿਰਤੀ ਨੂੰ ਧਾਰਨ ਕਰਨਾ ਹੈ। ਵਹਿਰ ਕਿਰਿਆ ਭਗਤਨ ਕੀ ਕਰਨੀ। ਅੰਦਰੋਂ ਤੁਸੀਂ ਇੱਕ ਰਸ ਜੁੜੇ ਰਹਿਣਾ ਹੈ ਤੇ ਬਾਹਰੋਂ ਜਿਹੜੀ ਕਿਰਿਆ ਸੁਪੁੱਤਰ ਜੀ ਉਹ ਭਗਤਾਂ ਵਾਲੀ ਗੁਰਮੁਖਾਂ ਵਾਲੀ ਰੱਖਣੀ ਹੈ। ਇਹ ਉਪਦੇਸ਼ ਆਦ ਗੁਰ ਘਰ ਕੋ। ਇਹ ਗੁਰੂ
ਨਾਨਕ ਦੇ ਘਰ ਦਾ ਉਪਦੇਸ਼ ਅੰਦਰੋਂ ਜੁੜੇ ਰਹਿਣਾ ਤੇ ਬਾਹਰੋਂ ਭੋਲੇ ਬਣ ਕੇ ਰਹਿਣਾ। ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਆਦਿ ਤੋਂ ਚੱਲੇ ਆਉਂਦਾ। ਲਿਹੋ ਆਪ ਨਿਤ ਸ਼ਰਧਾ ਧਰ ਕੋ, ਤੇ ਸਦਾ ਹੀ ਆਪ ਜੀ ਨੇ ਸ਼ਰਧਾ ਵਿੱਚ ਰਹਿਣਾ ਹੈ। ਸ੍ਰੀ ਨਾਨਕ ਕੋ ਆਸ਼ੈ ਮਹਾ, ਇਹ ਗੁਰੂ ਨਾਨਕ ਦਾ ਆਸ਼ਾ ਹੈ। ਵੇਖੋ ਗੁਰੂ ਅਰਜਨ ਸਾਹਿਬ ਆਪਣੇ ਸਮਰੱਥ ਸਪੁੱਤਰ ਨੂੰ ਸ਼ਬਦ ਤੇ ਸਾਡੇ ਲਈ ਨੇ, ਗੁਰੂ ਤੇ ਆਪ ਮਹਾਨ, ਵੀ ਗੁਰੂ ਬਣ ਕੇ ਵੀ ਭਾਵਨਾ ਤੇ ਸ਼ਰਧਾ ਵਿੱਚ ਰਹਿਣਾ। ਜਿਹੜੀ ਸਾਡੇ ਅੱਜ ਦਿਲਾਂ 'ਚ ਚੁੱਕ ਦਿੱਤੀ ਸ਼ਰਧਾ, ਨਾ ਸ਼ਰਧਾ ਹੁਣ ਨਾ ਬਦਨਾਮ ਹੋ ਗਈ ਵਿਚਾਰੀ, ਸ਼ਰਧਾ ਬਦਨਾਮ ਹੋ ਗਈ ਕਿ ਇਹ ਸ਼ਰਧਾ ਦੀ ਗੱਲ ਤੇ ਲੋਕ ਟੁੱਟ ਕੇ ਪੈਂਦੇ ਲੈ ਇਹ ਕਿਹੜੀ ਚੀਜ਼ ਹੈ। ਬਦਨਾਮ ਕਰਤਾ, ਸੰਤਾਂ ਦਾ ਨਾਮ ਬਦਨਾਮ ਕਰਤਾ। ਬਹੁਤ ਮਹਾਨ ਤੇ ਉੱਚਾ ਸੁੱਚਾ ਸ਼ਬਦ ਹੈ ਸੰਤਾਂ ਦਾ, ਪਰ ਅੱਜ ਬਦਨਾਮ ਹੋ ਗਿਆ। ਸੰਤ ਕਹਿਣ ਲੱਗਿਆ ਡਰ ਲੱਗਦਾ ਕੋਈ ਗੱਲ ਨਾ ਪੈ ਜਾ ਵੀ ਕਾਹਨੂੰ ਕਿਸੇ ਨੂੰ ਕਹਿਤਾ। ਇਹ ਤੇ ਚਲੋ ਆਪਣੀ ਸਟੇਜ ਹੈ ਨਾ। ਭਾਈ ਸਾਹਿਬ ਸਵੇਰੇ ਕੀਰਤਨ ਕਰਦੇ ਰਹੇ, ਸੰਤਾਂ ਦੀ ਮਹਿਮਾ ਕਰਦੇ, ਤੇ ਮੈਂ ਬੈਠਾ ਸਾਂ। ਮੈਂ ਕਿਹਾ ਵੀ ਇੱਥੇ ਕਰਦੇ ਕਿਤੇ ਹੋਰ ਪਾਸੇ ਤੁਰ ਗਿਆ ਤੇ ਉਹਨਾਂ ਗੱਲ ਪਾਈ ਨਾ ਵੀ ਤੂੰ ਇਹ ਨਵਾਂ ਕਿੱਥੋਂ ਚੁੱਕ ਰਿਹਾ। ਇਹ ਸੰਤਾਂ ਦੀ ਤਾਈ ਨਵਾਂ ਹੀ ਕੰਮ ਆ ਗਿਆ, ਕਿਉਂਕਿ ਦੂਜੇ ਵੱਧ ਗਏ ਨੇ ਨਾ ਬਹੁਤੇ। ਖਿਆਲ ਗੁਰੂ ਨਾਨਕ ਸਾਹਿਬ ਇਹ ਵੀ ਮਹਾਰਾਜ ਦੇ ਕੌਤਕ ਹੈ, ਉੱਤੇ ਗੱਲ ਕੋਈ ਨਹੀਂ। ਗੁਰ ਅੰਗਦ ਸੰਗ ਜੈਸੇ ਕਹਾ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਸੀ, ਜਿਵੇਂ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਸਪੁੱਤਰ ਜੀ ਤੁਹਾਨੂੰ ਦੇ ਰਹੇ ਹਾਂ। ਅਜਰ ਜਰਨ ਧੀਰਜ ਔਰ ਧਰਨੀ, ਹਾਂ ਹਮੇਸ਼ਾ ਹੀ ਜਰ ਨਹੀਂ, ਸਮਰੱਥ ਹੋ ਕੇ ਵੀ ਜਰ ਜਾਣਾ। ਆ ਜਰ ਕਹਿੰਦੇ ਨੇ, ਆ ਜਰ ਨਾ ਜਰਨ ਵਾਲੀ ਚੀਜ਼ ਨੂੰ ਵੀ ਜਰ ਜਾਣਾ। ਵੀ ਸਪੁੱਤਰ ਜੀ ਸਦਾ ਹੀ ਆ ਜਰ ਜਰਨਾ, ਨਾ ਜਰਨ ਵਾਲੀ ਚੀਜ਼ ਨੂੰ ਵੀ ਜਰਨਾ ਹੈ। ਧੀਰਜ ਸਦਾ ਹੀ ਰੱਖਣਾ ਹਿਰਦੇ ਵਿੱਚ, ਵੀ ਮੇਰੇ ਕੋਲ ਸਮਰੱਥਾ ਹੈ ਵੀ ਜੇ ਕੋਈ ਮੈਨੂੰ ਕੁੱਟ ਗਿਆ ਤੇ ਮੈਂ ਕੁੱਟ ਸਕਣਾ, ਪਰ ਨਾ ਫਿਰ ਵੀ ਨਿਮਰਤਾ ਵਿੱਚ ਰਹਿਣਾ। ਇਹਨੂੰ ਕਹਿੰਦਾ ਅਜਰ ਸ਼ਕਤੀ। ਬਾਬਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਘਟਨਾ ਤੁਸੀਂ ਸੁਣੀ ਹੈ ਨਾ। ਉਹ ਜਦੋਂ ਉਹਨੂੰ ਤਪੇ ਨੂੰ ਮਹਾਰਾਜ ਕਹਿੰਦੇ ਵੀ ਲੈਓ ਸ਼ਾਮਾਂ ਤੋਂ ਬਾਹਰ, ਪਹਿਲਾਂ ਲੈਓ ਸੂਈ ਢਲਣ ਤੋਂ, ਸੁਣੇ ਹੋਏ ਕਥਾ। ਉਹ ਮਾਰਤਾ ਖਲਾਰਦਾ ਲੀਰਾਂ ਕਰਤੀਆਂ, ਫਿਰ ਖਹਿਰਿਆਂ ਨੇ ਉੱਥੇ ਖਡੂਰ ਸਾਹਿਬ ਤੇ ਜਦੋਂ ਗੁਰੂ ਅੰਗਦ ਸਾਹਿਬ ਕੋਲ ਗਏ ਤੇ ਮੁੱਖ ਮੋੜ ਲਿਆ ਨਾ। ਰੋ ਪਿਆ ਸੀ ਗੁਰੂ ਅਮਰਦਾਸ ਵੀ ਪਿਤਾ ਜੀ ਇਹ ਮਹਾਰਾਜ ਕਹਿੰਦੇ ਇਹ ਗੱਲ ਥੋੜਾ ਵੀ ਤੁਹਾਡੇ ਚ ਬਖਸ਼ਿਸ਼ ਆਈ ਹੈ ਤੇ ਤੁਸੀਂ ਲੋਕਾਂ ਨੂੰ ਵੰਡਦੇ ਫਿਰੋ ਤੇ ਵਿਖਾਉਂਦੇ ਫਿਰੋ। ਜਰਨੀ ਸ਼ਕਤੀ ਜਰਨੀ। ਉਸ ਦਿਨ ਹੱਥ ਜੋੜਤੇ ਸੀ, ਦਾਤਾ ਪਹਿਲੀ ਗਲਤੀ ਪਹਿਲੀ ਮਾਫੀ ਦੇ ਦਿਓ, ਜ਼ਿੰਦਗੀ ਵਿੱਚ ਕਦੀ ਮੈਂ ਜਰ ਨੂੰ ਜਨਾਵਾਂਗਾ ਨਹੀਂ। ਫਿਰ ਤੇ ਲੱਤਾਂ ਵੀ ਖਾਧੀਆਂ ਨੇ ਗੁਰੂ ਅਮਰਦਾਸ ਜੀ ਨੇ, ਪਰ ਜਨਾਇਆ ਨਹੀਂ ਕਦੀ। ਇਹ ਆਪਣੇ ਵੱਸੋਂ ਬਾਹਰ ਹੈ। ਮੈਂ ਕੱਲ ਵੀ ਦੱਸਿਆ ਸੀ, ਜਿਹੜਾ ਨਿੱਗਰ ਲੋਹਾ ਹੈ ਨਾ, ਨਿੱਗਰ ਦਰਖਤ ਤੇ ਜਿੰਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋਣ, ਉਹ ਕਦੀ ਹਨੇਰੀ ਨਾਲ ਪੁੱਟਿਆ ਨਹੀਂ ਜਾਂਦਾ। ਨਾ ਜਿਵੇਂ ਆਪਣੇ ਗੁਲਦਸਤੇ ਬਾਹਰ ਰੱਖਦੇ ਤੇ ਡਿੱਗ ਪੈਣਗੇ ਨਾ, ਮੇਰੇ ਵਰਗੇ ਦਾ ਮਨ ਗੁਲਦਸਤੇ ਵਰਗਾ, ਮਿੰਟ ਲੱਗਦਾ ਡਿੱਗਣ ਲੱਗਿਆ, ਪਰ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨੇ ਬਹੁਤ ਕੁਝ ਜਰ ਜਾਂਦੇ ਨੇ। ਮਹਾਰਾਜ ਕਹਿੰਦੇ ਹਮੇਸ਼ਾ ਹੀ ਧੀਰਜ ਧਾਰੀ ਬਣ ਕੇ ਰਹਿਣਾ, ਜਰ ਨੂੰ ਜਰਨਾ ਹੈ। ਅਜ਼ਮਤ ਬਿਦਤ ਨਾ ਕਾਹੂ ਕਰਨੀ। ਆ ਮਹਾਰਾਜ ਨੇ ਇੱਥੇ ਪ੍ਰਗਟ ਕਰ ਦਿੱਤਾ ਵੀ ਕਦੀ ਅਜ਼ਮਤ ਨਹੀਂ ਦਿਖਾਉਣੀ। ਫਿਰ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਅਜ਼ਮਤ ਉਹ ਮਾੜੀ ਹੈ ਜਿਹੜੀ ਆਪਣੇ ਗੋਡਿਆਂ ਲਈ ਕਰਨੀ ਦਿਖਾਉਣੀ, ਪਰ ਪਕਾਰ ਲਈ ਤੇ ਗੁਰੂ ਇੱਕ ਦੇ 7 ਵੀ ਦਿੰਦਾ ਘੋੜੇ ਤੇ ਬਹਿ ਕੇ। ਅਜ਼ਮਤ ਨਹੀਂ ਗੀ, ਪਰ ਆਪਣੇ ਘਰ ਲਈ ਨਹੀਂ, ਪਰ ਪਕਾਰ ਲਈ ਹੈ। ਹਜ਼ੂਰ ਕਹਿੰਦੇ ਹਮੇਸ਼ਾ ਅਜ਼ਮਤ ਨੂੰ ਪ੍ਰਗਟ ਨਹੀਂ ਕਰਨਾ ਹੈ। ਰਾਮਚੰਦ ਸ਼੍ਰੀ ਕ੍ਰਿਸ਼ਨ ਮਹਾਨੇ। ਇਹ ਪ੍ਰਾਤਨ ਦੇ ਰਹੇ ਨੇ ਕਵੀ ਜੀ ਦੀ। ਮੈਂ ਤੁਹਾਨੂੰ ਦੱਸਿਆ ਸੀ ਕਵੀ ਕਵਿਤਾ ਵਿੱਚ ਜਿਹੜਾ ਲਿਖਦਾ ਹੈ ਉਹਨੂੰ ਇੰਨੀਆਂ ਛੋਟਾਂ ਨੇ। ਕਹਿੰਦੇ ਸ਼੍ਰੀ ਰਾਮਚੰਦ ਸ਼੍ਰੀ ਕ੍ਰਿਸ਼ਨ ਜੀ ਜਿਵੇਂ ਮਹਾਨ ਨੇ, ਬਲ ਕਰ ਰਣ ਆਦਿਕ ਬਿਦ ਥਾਨੇ। ਉਹਨਾਂ ਨੇ ਜਿਵੇਂ ਮੈਦਾਨੇ ਜੰਗ ਵਿੱਚ ਬਹੁਤ ਜੰਗ ਕੀਤੇ। ਸਪੁੱਤਰ ਜੀ ਯੁੱਧ ਕਰਿਓ, ਸਮਾਂ ਸੰਪੂਰਨ ਹੈ, ਭੁੱਲ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਿਓ। ਜੀ ਆਇਓ ਸਮੂਹ ਸੰਗਤਾਂ ਨੂੰ। ਲੱਗਦਾ ਵੀ 5 ਮਿੰਟ ਉੱਤੇ ਹੋ ਗਏ ਨੇ, ਮਾਫੀ ਚਾਹੁੰਦਾ। ਆਪ ਜੀ ਨੇ ਕਿਰਪਾ ਕਰਨੀ। ਗੁਰੂ ਸੰਗਤ ਦੀ ਚਰਨਾਂ ਦੀ ਧੂੜ ਮਿਲ ਸਕੇ, ਸਿਮਰਨ ਦੀਆਂ ਦਾਤਾਂ ਮਹਾਂਪੁਰਖਾਂ ਦੇ ਨਾਲ ਪਿਆਰ ਪ੍ਰੇਮ ਬਣਿਆ ਰਵੇ। ਮੈਂ ਤੇ ਵੇਖਦਾ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਖੁਸ਼ ਹੁੰਦੇ ਨੇ, ਕਿਸੇ ਦੀ ਸੇਵਾ ਤੋਂ, ਕਿਸੇ ਦੀ ਬਾਣੀ ਤੋਂ, ਉਹਨੂੰ ਗੁਰੂ ਪਿਆਰ ਵਾਲਿਆਂ ਦੀ ਸੰਗਤੀ ਮਿਲਦੀ ਹੈ। ਜੋ ਮੈਂ ਆਪਣੇ ਤੋਂ ਵੇਖਿਆ,
ਜੋ ਮੈਨੂੰ ਆਪਣੇ ਤੋਂ ਮਹਿਸੂਸ ਹੋਇਆ ਹੈ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਤੇ ਥੋੜ੍ਹਾ ਜਿਹਾ ਪ੍ਰਸ਼ੰਸਾ ਵਿੱਚ ਆਉਂਦੇ ਨੇ ਨਾ, ਖੁਸ਼ੀ ਵਿੱਚ, ਕਿਸੇ ਪਿਆਰੇ ਦੀ ਸੇਵਾ ਭਾਵਨਾ ਅਰਦਾਸਾਂ ਸੁਣਦੇ ਨੇ, ਫਿਰ ਉਹਨੂੰ ਜੁੜਿਆਂ ਹੋਇਆਂ ਦੀ ਸੰਗਤ ਦਿੰਦੇ ਨੇ। ਤੇ ਜਿਨ੍ਹਾਂ ਤੋਂ ਮਹਾਰਾਜ ਫਿਰ ਪਾਸਾ ਵੱਟ ਲੈਂਦੇ ਨੇ, ਉਹਨਾਂ ਨੂੰ ਸੰਗਤ ਉਹਨਾਂ ਦੀ ਦਿੰਦੇ ਨੇ, ਜਿਹੜੇ ਮਹਾਰਾਜ ਤੋਂ ਵੀ ਤੋੜ ਕੇ ਰੱਖ ਦਿੰਦੇ ਨੇ। ਇਹ ਮੈਂ ਆਪਣੀ ਜ਼ਿੰਦਗੀ ਦਾ ਇੱਕ ਪ੍ਰੈਕਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਵੀ ਇਹ ਗੁਰੂ ਦੀ ਦਇਆ, ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਗੋਦ ਵਿੱਚ ਬਹਿਣ ਦਾ ਸੁਭਾਗ ਮਿਲਦਾ ਹੈ ਤੇ ਮਾਤਾ ਜੀ ਦੇ ਲਾਲ ਦੇ ਦਰਸ਼ਨ ਦੀਦਾਰ ਕਰਨ ਦਾ ਵੀ ਸੁਭਾਗ ਮਿਲਦਾ ਹੈ, ਉਹਨਾਂ ਦਾ ਸੰਗ ਕਰਨ ਦਾ ਵੀ ਸੁਭਾਗ ਮਿਲਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੈ ਸਭ ਕੁਝ। ਇਹ ਗੁਰੂ ਨਾਨਕ ਦੇ ਘਰ ਵਿੱਚ ਇਸ ਤਰ੍ਹਾਂ ਹੈ, ਜਦੋਂ ਕੋਈ ਬੱਚਾ ਸਕੂਲ ਪੜ੍ਹਦਾ ਹੈ ਨਾ, ਜਦੋਂ ਉਹ ਸਾਰੇ ਦੇਸ਼ ਤੋਂ ਜਾਂ ਸਟੇਟ ਤੋਂ 1 ਨੰਬਰ 'ਤੇ ਆਉਂਦਾ ਪੜ੍ਹ ਕੇ, ਤੇ ਪਤਾ ਕੀ ਹੁੰਦਾ ਹੈ, ਟੀਚਰ ਕੁਰਸੀਆਂ ਢਾਹ ਕੇ ਉੱਤੇ ਬੈਠੇ ਹੁੰਦੇ ਨੇ, ਹੈ ਨਾ, ਤੇ ਜਿੰਨੇ ਹਾਰ ਨੇ ਨਾ, ਹਾਰ ਉਹ ਬੱਚੇ ਦੇ ਗੱਲ ਲੋਕ ਪਾਉਂਦੇ ਨੇ ਵੀ ਇਹ ਜੀ ਫਸਟ ਆਇਆ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਪਰ ਇਹ ਨਾ ਕਹੋ ਵੀ ਟੀਚਰਾਂ ਨੂੰ ਕਾਹਤੋਂ ਨਹੀਂ ਬੁਲਾਇਆ ਜਾ ਰਿਹਾ, ਨਹੀਂ, ਇਹ ਫਸਟ ਹੀ ਟੀਚਰਾਂ ਕਰਕੇ ਆਇਆ ਹੈ। ਹਾਰ ਭਾਵੇਂ ਉਸ ਫਸਟ ਆਏ ਬੱਚੇ ਦੇ ਗੱਲ ਪੈਂਦੇ ਨੇ, ਪਰ ਉਸ ਹਾਰਾਂ ਦੇ ਪਿੱਛੇ ਮਹਿਮਾ ਉਹ ਉੱਪਰ ਬੈਠੇ ਹੋਏ ਟੀਚਰਾਂ ਦੀ ਹੋ ਰਹੀ ਹੈ। ਬਸ ਜਦੋਂ ਅਸੀਂ ਸਾਧੂ ਦੀ ਮਹਿਮਾ ਕਰਦੇ ਹਾਂ, ਹਾਰ ਹੁੰਦੇ ਗੱਲ ਪੈਂਦੇ ਨੇ ਵਡਿਆਈ ਗੁਰੂ ਗ੍ਰੰਥ ਸਾਹਿਬ ਦੀ, ਪਰ ਸਮਝਣਾ ਔਖਾ ਹੈ ਚੀਜ਼ ਨੂੰ। ਇਹ ਕਠਨ ਜਿਹਾ, ਇਹ ਵੀ ਇਹ ਮਾਤਾ ਆਪ ਦੇ ਦਿਨ ਤੇ ਹੁੰਦਾ, ਨਹੀਂ ਤਾਂ ਔਖਾ ਹੀ। ਇਹ ਸਾਰੀ ਮੱਤ ਸ੍ਰੀ ਗੁਰੂ ਗ੍ਰੰਥ ਸਾਹਿਬ। आओ जी अखीरलियां पंक्तियां पढ़ियो। माफ़ी बख्शियो, दया रहमत करियो, अपने चरनां नाल जोड़ के रखन सतगुरु गुरु ग्रंथ साहिब जी, माता जी, आप संगतां महापुरखां जी। रामचंद श्री कृष्ण महाने, बल कर रण आदक बिद ठाने। वाहिगुरु जी का खालसा, वाहिगुरु जी की फतेह। हे अच्युत हे पार ब्रह्म, अविनाशी अगनाश, हे पूर्ण हे सर्व में दुख भंजन गुणतास। हे संगी हे निरंक, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरे, है पिहोन। हे संतां का सदा संग निधारा। हे ठाकुर हों दासर, मैं निर्गुण गुण नहीं कोय। नानक दीजै नाम दान राखो। आए प्रभ शरणागति, कृपा निध दयाल। एक अखर हर मन बसत, नानक आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु जी का खालसा, वाहिगुरु जी की फतेह। अरदास जी, अरदास करनी ना, ठीक है, बहुत धन्यवाद।